ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮੰਨੈ, ਪ੍ਰਤੱਖ ਗੁਰੂ ਨਿਸਤਾਰੇ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਸਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦਾ ਸ਼ਾਹ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹੋ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੌੜੀ ਕਬੀਰ ਜੀ। ਜਬ ਹਮ ਏਕੋ ਏਕ ਕਰ ਜਾਣਿਆ, ਤਬ ਲੋਗ ਹੈ ਕਾਹੇ ਦੁਖ ਮਾਨਿਆ। ਜਬ ਹਮ ਏਕੋ ਏਕ ਕਰ ਜਾਣਿਆ, ਤਬ ਲੋਗ ਹੈ ਕਾਹੇ ਦੁਖ ਮਾਨਿਆ। ਹਮ ਅਪਤ ਹੈ ਆਪਣੀ ਪਤ ਖੋਈ, ਹਮਰੇ ਖੋਜ ਪਰਹੁ ਮਤ ਕੋਈ। ਰਹਾਉ ਹਮ ਮੰਦੇ ਮੰਦੇ ਮਨ ਮਾਹੀ, ਸਾਂਝ ਪਾਤ ਕਾਹੂ ਸਿਉ ਨਾਹੀ। ਪਤ ਅਪਤ ਤਾਕੀ ਨਹੀਂ ਲਾਜ, ਤਬ ਜਾਨੋਗੇ ਜਬ ਉਗਰੈ ਗੋ ਪਾਜ। ਕਹੋ ਕਬੀਰ ਪਤ ਹਰ ਪਰਵਾਨ, ਸਰਬ ਤਿਆਗ ਭਜ ਕੇਵਲ ਰਾਮ। ਕਹੋ ਕਬੀਰ ਪਤ ਹਰ ਪਰਵਾਨ, ਸਰਬ ਤਿਆਗ ਭਜ ਕੇਵਲ ਰਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ, ਜਗਤ ਜਲੰਦੇ ਨੂੰ ਤਾਰਨਹਾਰ, ਦਸਾਂ ਪਾਤਸ਼ਾਹੀਆਂ ਦੇ ਆਤਮਿਕ ਸਰੂਪ, ਚਬਰ ਛਤਰ ਤਖਤ ਦੇ ਮਾਲਕ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ 8ਵੇਂ ਪਾਤਸ਼ਾਹ ਬਾਲਾ ਪ੍ਰੀਤਮ ਸਾਹਿਬ ਸ੍ਰੀ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਥਾਨ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਦਰਸ਼ਨ ਦੀਦਾਰੇ ਕਰ ਰਹੀਆਂ ਗੁਰੂ ਕੀਆਂ ਸਿੱਖ ਸੰਗਤਾਂ ਬਹੁਤ ਵਡਭਾਗੀ ਹਾਂ। ਸਤਿਗੁਰੂ ਜੀ ਨੇ ਇਹ ਮਹਾਨ ਸੁਭਾਗ ਬਖਸ਼ਿਆ ਹੈ ਕਿ ਅਸੀਂ ਜਿੱਥੇ ਪਾਵਨ ਸਥਾਨ ਦੀ ਯਾਤਰਾ ਕਰ ਰਹੇ ਹਾਂ, ਉੱਥੇ ਮਹਾਨ ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਮਹਾਪਵਿੱਤਰ ਬਾਣੀ ਦੇ ਪ੍ਰਵਾਹ ਚੱਲ ਰਹੇ ਹਨ। ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ, ਨਿਤਨੇਮ ਉਪਰੰਤ ਆਸਾ ਜੀ ਦੀ ਵਾਰ। ਆਪ ਸੰਗਤਾਂ ਨੂੰ ਰਾਗੀ ਜਥੇ ਨੇ ਬਹੁਤ ਪ੍ਰੇਮ ਭਾਵਨਾ ਦੇ ਨਾਲ ਸਰਵਣ ਕਰਵਾਈ ਹੈ। ਬਹੁਤ ਸਾਰੀਆਂ ਸੰਗਤਾਂ ਥਾਂ ਪਰ ਥਾਂ ਸੇਵਾ ਕਰ ਰਹੀਆਂ ਹਨ। ਇਹ ਸਤਿਗੁਰੂ ਦੀ ਬਖਸ਼ਿਸ਼ ਹੋਈ ਹੈ। ਹੁਣ ਕਥਾ ਦਾ ਸਮਾਂ ਆਇਆ ਹੈ। ਆਓ ਪ੍ਰੇਮ ਦੇ ਨਾਲ ਸਤਿਗੁਰੂ ਪਾਤਸ਼ਾਹੀ ਦਾ ਉਪਦੇਸ਼ ਸਾਂਝਾ ਕਰੀਏ। ਸਤਿਗੁਰੂ ਜੀ ਆਪ ਹੀ ਬਖਸ਼ਿਸ਼ ਕਰਨ, ਕਿਉਂਕਿ ਉਹਦੀ ਮਹਿਮਾ ਤਾਂ ਕੋਈ ਕਰ ਨਹੀਂ ਸਕਦਾ। ਤੇਰੇ ਕਵਣ ਕਵਣ ਗੁਣ ਕਹਿ ਕੇ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਮਹਾਰਾਜ ਤੁਸੀਂ ਆਪ ਹੀ ਇੰਨੇ ਗੁਣਾਂ ਦੇ ਭੰਡਾਰੇ ਹੋ, ਤੁਹਾਡੇ ਕਿਹੜੇ ਕਿਹੜੇ ਗੁਣ ਦੱਸੇ ਜਾ ਸਕਦੇ ਨੇ, ਕੋਈ ਕਹਿ ਕੇ ਦੱਸ ਨਹੀਂ ਸਕਦਾ।
ਸੋ ਜਿਵੇਂ ਗੁਰੂ ਕੇ ਵਜ਼ੀਰ ਸਿੰਘ ਸਾਹਿਬ ਜੀ ਨੇ ਆਪਾਂ ਨੂੰ ਦੱਸਿਆ ਹੈ ਕਿ 15 ਤਰੀਕ ਨੂੰ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਅਵਤਾਰ ਪੁਰਬ ਆ ਰਿਹਾ ਹੈ। ਸੋ ਸਾਰੇ ਜਗਤ ਦੇ ਵਿੱਚ ਜਗਤ ਗੁਰੂ ਦਾ ਅਵਤਾਰ ਦਿਹਾੜਾ ਮਨਾਇਆ ਜਾਣਾ ਹੈ। ਸੋ ਸੀਮਿਤ ਸਮੇਂ ਦੇ ਵਿੱਚ ਜੋ ਪਾਵਨ ਸਥਾਨ ਦੀ ਪ੍ਰਚਲਿਤ ਮਰਜ਼ਾਦਾ ਹੈ, ਓਨੇ ਕੁ ਸਮੇਂ ਵਿੱਚ ਸ਼ਬਦ ਦੀ ਵਿਚਾਰ ਵੀ ਥੋੜ੍ਹੇ ਸਮੇਂ ਵਿੱਚ ਅੱਖਰੀ ਅਰਥ ਕਰਾਂਗੇ ਤੇ ਨਾਲ ਨਾਲ ਗੁਰੂ ਸਾਹਿਬ ਜੀ ਦਾ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜੀਵਨ ਵੀ ਸਾਂਝਾ ਕਰਾਂਗੇ। ਸਾਰੀ ਸੰਗਤ ਇੱਕ ਵਾਰੀ ਦਾਸ ਫੇਰ ਫਤਿਹ ਅਰਜ ਕਰੇਗਾ। ਜਿਨ੍ਹਾਂ ਨੇ ਪਹਿਲਾਂ ਫਤਿਹ ਨਹੀਂ ਬੁਲਾਈ ਜਾਂ ਮੂੰਹ ਜਿਹੇ 'ਚ ਹੀ ਬੋਲਿਆ ਨਾ, ਨਹੀਂ ਭਾਈ ਗੱਜ ਕੇ ਫਤਿਹ ਬੁਲਾਇਓ। ਦੇਖੋ ਜਗ ਦੇ ਵਿੱਚ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਅਵਤਾਰ ਹੋਇਆ, ਕਿੰਨੀਆਂ ਖੁਸ਼ੀਆਂ, ਕਿੰਨੇ ਮਲਾਰ ਹੋਏ, ਕਿੰਨੇ ਧਰਤੀ ਦੇ ਭਾਗ ਜਾਗੇ, ਕਿੰਨੇ ਮਨੁੱਖਾਂ ਦਾ ਭਲਾ ਹੋਇਆ, ਕਿਵੇਂ ਅੰਧ ਵਿਸ਼ਵਾਸ ਵਿੱਚੋਂ ਮਹਾਰਾਜ ਨੇ ਕੱਢਿਆ। ਕਿੰਨਾ ਵੱਡਾ ਇਹ ਸਮਾਗਮ ਹੈ। ਇਸ ਲਈ ਸਾਰੀ ਸੰਗਤ ਚੜ੍ਹਦੀ ਕਲਾ ਦੇ ਨਾਲ ਇੱਕ ਵਾਰੀ ਹਾਜ਼ਰੀ ਲਵਾਓ, ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਸਾਡੇ ਜੀਵਾਂ ਦੇ ਮਨਾਂ ਦੇ ਵਿੱਚ, ਖਾਸ ਕਰਕੇ ਗੁਰਸਿੱਖਾਂ ਦੇ ਮਨਾਂ ਵਿੱਚ ਇਹ ਅਟੱਲ ਵਿਸ਼ਵਾਸ ਹੋਣਾ ਚਾਹੀਦਾ ਹੈ, ਸ਼ਰਧਾ ਹੋਣਾ ਚਾਹੀਦੀ ਹੈ ਕਿ ਸਾਡਾ ਗੁਰੂ ਸਭ ਤੋਂ ਵੱਡਾ ਹੈ। ਮਹਾਰਾਜ ਨੇ ਜੋ ਬਾਣੀ ਵਿੱਚ ਫਰਮਾਨ ਕੀਤਾ ਨਾ, ਇਹ ਸਾਨੂੰ ਖੁਸ਼ ਕਰਨ ਵਾਸਤੇ ਨਹੀਂ ਕਿ ਅਸੀਂ ਸਿੱਖ ਹਾਂ, ਅਸੀਂ ਆਪਣੇ ਗੁਰੂ ਦੀ ਉਪਮਾ ਕਰਨ ਵਾਸਤੇ ਸ਼ਬਦ ਕਹੇ ਨੇ। ਪਹਿਲੀ ਗੱਲ ਤੇ ਧੰਨ ਗੁਰੂ ਨਾਨਕ ਸਾਹਿਬ ਕੇਵਲ ਸਿੱਖਾਂ ਦੇ ਗੁਰੂ ਨਹੀਂ। ਭਾਈ ਗੁਰਦਾਸ ਜੀ ਨੇ ਇਸ ਚੀਜ਼ ਦਾ ਖੁਲਾਸਾ ਕੀਤਾ ਹੈ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਜਗਤ ਗੁਰੂ ਕਿਹਾ ਹੈ, ਕਿ ਆਪ ਸਾਰੇ ਸੰਸਾਰ ਦੇ ਗੁਰੂ ਹਨ, ਬਲਕਿ ਪਸ਼ੂਆਂ ਦੇ, ਪੰਛੀਆਂ ਨੂੰ ਤਾਰਨਹਾਰੇ ਹਨ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਤੇ ਇਹ ਭਰੋਸਾ ਰੱਖਣਾ ਕਿ ਸਤਿਗੁਰੂ ਨਾਨਕ ਸਭ ਤੋਂ ਵੱਡੇ ਨੇ। ਜੇ ਵਿਚਾਰ ਕਰਾਂਗੇ ਤਾਂ ਵੀ ਆਪਾਂ ਨੂੰ ਪਤਾ ਲੱਗ ਜਾਊ ਕਿ ਕਿਵੇਂ ਸਤਿਗੁਰੂ ਨਾਨਕ ਸਭ ਤੋਂ ਵੱਡੇ ਨੇ। ਕਿਉਂਕਿ ਦੁਨੀਆ ਦੇ ਵਿੱਚ ਵੱਡੀਆਂ ਗੱਲਾਂ, ਵੱਡੀਆਂ ਘਟਨਾਵਾਂ ਨੂੰ ਅੰਜਾਮ ਦੇਣਾ, ਵੱਡੀਆਂ ਤਬਦੀਲੀਆਂ ਕਰ ਦੇਣੀਆਂ, ਇਹ ਵੱਡੇ ਪੁਰਸ਼ਾਂ ਦਾ ਕੰਮ ਹੁੰਦਾ ਹੈ। ਪਰ ਸਾਧ ਸੰਗਤ ਪੀਰਾਂ, ਪੈਗੰਬਰਾਂ, ਅਵਤਾਰਾਂ ਤੋਂ ਚੱਲੀਆਂ ਉਹ ਪਰੰਪਰਾਵਾਂ, ਜਿਨ੍ਹਾਂ ਦੇ ਵਿੱਚ, ਜਿਨ੍ਹਾਂ ਦੇ ਚਲਦਿਆਂ ਰਾਜ ਕਮਾਉਣ ਵਾਲੇ ਰਾਜੇ ਕਸਾਈ ਬਣ ਗਏ, ਧਰਮੀ ਲੋਕ ਲਾਲਚੀ ਹੋ ਗਏ, ਸਿੱਧ ਜਤੀ ਆਪਣੀ ਪੂਜਾ ਵਿੱਚ ਉਲਝ ਗਏ। ਜਿਹੜੀ ਪ੍ਰਜਾ ਸੀ ਉਹ ਗਿਆਨ ਤੋਂ ਬਿਨਾਂ ਅੰਧਤਾਈ ਦੇ ਵਿੱਚ, ਵਰਨਵੰਡ ਵਿੱਚ ਛਾਈ ਹੋਈ ਸੀ ਅਤੇ ਦੁਨੀਆ ਨੂੰ ਵਰਨਮੰਡ ਦੇ ਵਿੱਚ ਵੰਡਿਆ ਹੋਇਆ ਸੀ। ਇੱਥੋਂ ਤੱਕ ਕਿ 24 ਵਰਨਾਂ ਦੀਆਂ ਬੀਬੀਆਂ ਨੂੰ, ਔਰਤਾਂ ਨੂੰ ਧਰਮ ਦੀ ਇਬਾਦਤ ਕਰਨ ਵਾਸਤੇ ਇਜਾਜ਼ਤ ਹੀ ਨਹੀਂ ਸੀ। ਇਹੋ ਜਿਹੇ ਹਾਲਾਤ ਸੀ। ਪ੍ਰਜਾ ਅੰਧੀ ਗਿਆਨ ਬਿਨ, ਕੂੜਕ ਸਤ ਮੁਖੋ ਲਾਈ, ਰਾਜੇ ਪਾਪ ਕਮਾਵਦੇ, ਉਲਟੀ ਵਾੜ ਖੇਤ ਕੋ ਖਾਈ। ਇਹਨਾਂ ਹਾਲਾਤਾਂ ਵਿੱਚ ਜਦੋਂ ਚਾਰ ਸਪੇਰੇ ਜ਼ੁਲਮ ਹੀ ਜ਼ੁਲਮ ਸੀ, ਅੰਧਤਾਈ ਦਾ ਜ਼ੋਰ ਸੀ, ਵਹਿਮ ਤੇ ਪਖੰਡ ਵਿੱਚ ਦੁਨੀਆ ਫਸੀ ਹੋਈ ਸੀ, ਉਦੋਂ ਤਮਾਮ ਜੀਵਾਂ ਨੇ ਮਿਲ ਕੇ ਅਰਦਾਸ ਅਕਾਲ ਪੁਰਖ ਦੇ ਸਨਮੁਖ ਕੀਤੀ
ਤੇ ਫਿਰ ਇਹਨਾਂ ਤਮਾਮ ਜੀਵਾਂ ਦੀ ਅਰਦਾਸ ਪ੍ਰਵਾਨ ਕਰਕੇ ਸੁਣੀ ਪੁਕਾਰ ਦਤਾਰ ਪ੍ਰਭ, ਗੁਰੂ ਨਾਨਕ ਜਗ ਮਾਹੇ ਪਠਾਇਆ। ਫਿਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਸੰਸਾਰ ਵਿੱਚ ਭੇਜਿਆ। ਸਾਧ ਸੰਗਤ ਅਸੀਂ ਪ੍ਰਚਾਰ ਕਰਦੇ ਹਾਂ, ਕਈ ਵਾਰ ਕਹਿੰਦੇ ਹਾਂ ਕਿ ਗੁਰੂ ਨਾਨਕ ਸਾਹਿਬ ਬਹੁਤ ਗਿਆਨਵਾਨ ਸਨ, ਬੜੇ ਪਰਮ ਮਨੁੱਖ ਸਨ। ਆਪਦੇ ਵੱਲੋਂ ਤਾਂ ਅਸੀਂ ਉਪਮਾ ਕਰਦੇ ਹਾਂ, ਪਰ ਇਹ ਸਹਿਜੇ ਹੀ ਅਣਜਾਣ ਪੁਣੇ ਵਿੱਚ ਹੀ ਗੁਰੂ ਕੀ ਉਪਮਾ ਨਹੀਂ, ਇਹ ਨਿੰਦਾ ਹੋ ਜਾਂਦੀ। ਜਦੋਂ ਅਸੀਂ ਭਾਈ ਗੁਰਦਾਸ ਜੀ ਨੂੰ ਪੜ੍ਹਦੇ ਹਾਂ ਨਾ, ਤਾਂ ਉਹ ਕਹਿੰਦੇ ਨੇ ਕਿ ਇੱਕ ਇੱਕ ਰੋਮ ਦੇ ਵਿੱਚ ਕਰੋੜਾਂ ਬ੍ਰਹਮੰਡਾਂ ਸਮਾਏ ਹੋਏ ਹਨ। ਉਸ ਰੂਪ ਨੂੰ ਸੰਸਾਰ ਵਿੱਚ ਗੁਰੂ ਨਾਨਕ ਸਾਹਿਬ ਕਹਿ ਕੇ ਭੇਜਿਆ ਹੈ, ਕੋਈ ਆਮ ਮਨੁੱਖ ਨਹੀਂ। ਇਸ ਕਰਕੇ ਧੰਨ ਗੁਰੂ ਨਾਨਕ ਸਾਹਿਬ ਦੁਨੀਆ ਤੋਂ ਸਭ ਤੋਂ ਵੱਡੇ ਗੁਰੂ, ਸ਼ਕਤੀਸ਼ਾਲੀ ਗੁਰੂ। ਜਦੋਂ ਇਹ ਕਿਹਾ ਜਾਂਦਾ ਸੀ ਕਿ ਆਹ ਧਰਮ ਦੀ ਇਬਾਦਤ ਕਰਨ ਦਾ ਹੱਕ ਰੱਖਦਾ, ਇਹ ਪੰਡਤ ਹੈ, ਇਹ ਛਤਰੀ ਹੈ, ਇਹ ਸ਼ੂਦਰ ਹੈ, ਸਾਧ ਸੰਗਤ ਉਦੋਂ ਕਿਸੇ ਵੀ ਨੀਵੀਂ ਜਾਤ ਵਾਲੇ ਦੇ ਹੱਕ ਵਿੱਚ ਗੱਲ ਕਰਨੀ ਸੰਭਵ ਨਹੀਂ ਸੀ। ਤਾਂ ਸਤਿਗੁਰੂ ਪਾਤਸ਼ਾਹ ਜੀ ਨੇ ਕੇਵਲ ਕਿਹਾ ਹੀ ਨਹੀਂ, ਉਹਨਾਂ ਨਾਲ ਭਾਵ ਭਾਵਨਾ ਕਰਕੇ, ਵਰਤਾਓ ਕਰਕੇ, ਉਹਨਾਂ ਦੇ ਪ੍ਰਥਾਏ ਬਾਣੀ ਉਚਾਰ ਕੇ, ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੇ ਸੰਗ ਸਾਥ ਵੱਡਿਆਂ ਸਿਓ ਕਿਆ ਰੀਸ, ਜਿੱਥੇ ਨੀਚ ਸਮਾਲੀਅਨ ਤਿੱਥੇ ਨਦਰ ਤੇਰੀ ਬਖਸ਼ੀਸ। ਇਹ ਬਾਣੀ ਵਿਚਾਰ ਦਿੱਤੇ ਕਿ ਜਿਹੜੇ ਭਾਵ ਭਗਤੀ ਕਰਨ ਵਾਲੇ ਐ, ਉਹਨਾਂ ਨੂੰ ਭਾਵੇਂ ਕਹੋ ਕਿ ਨੀਚ ਜਾਤ ਦੇ ਨੇ, ਛੋਟੀ ਜਾਤ ਦੇ ਨੇ, ਵੱਡੀ ਜਾਤ ਦੇ ਅਭਿਮਾਨੀ ਬਣ ਕੇ ਭਾਵੇਂ ਬੈਠੇ ਰਹਿਣ, ਪਰ ਕਹਿੰਦੇ ਸਾਡਾ ਸੰਗ ਤੇ ਸਾਥ, ਸਾਡਾ ਵਰਤਾਓ ਉਹਨਾਂ ਨਾਲ ਹੈ ਜਿਹੜੇ ਪ੍ਰਮਾਤਮਾ ਦਾ ਨਾਮ ਜਪਦੇ, ਭਾਵੇਂ ਉਹ ਛੋਟੀ ਜਾਤ ਵਿੱਚ ਵੀ ਹੋਣ। ਇਹ ਸਤਿਗੁਰੂ ਪਾਤਸ਼ਾਹ ਜੀ ਨੇ ਸੰਸਾਰ ਵਿੱਚ ਉਹਨਾਂ ਲੋਕਾਂ ਦੇ ਪਾਸ ਆਪ ਜਾ ਕੇ, ਭਾਵੇਂ ਉਹ ਬਲੀ ਕੰਧਾਰੀ ਸੀ, ਭਾਵੇਂ ਉਹ ਕੌਡਾ ਰਾਖਸ਼ ਸੀ, ਭਾਵੇਂ ਉਹ ਸੱਜਣ ਠੱਗ ਸੀ, ਕਿੱਥੋਂ ਤੱਕ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੱਡੀਆਂ 4 ਉਦਾਸੀਆਂ ਕਰਕੇ ਇਹ ਸਤਿਗੁਰੂ ਪਾਤਸ਼ਾਹ ਜੀ ਨੇ ਰਹਿਮਤ ਕੀਤੀ ਹੈ, ਉਹਨਾਂ ਨੂੰ ਸੁਧਾਰਿਆ ਤੇ ਨਾਲ ਨਾਲ ਸਾਡੇ ਵਾਸਤੇ ਬਹੁਤ ਵੱਡਾ ਉਪਦੇਸ਼ ਦਿੱਤਾ। ਜਦੋਂ ਅਸੀਂ ਸਤਿਗੁਰੂ ਪਾਤਸ਼ਾਹ ਦਾ ਉਪਦੇਸ਼ ਪੜ੍ਹਦੇ ਹਾਂ ਨਾ, ਸਾਧ ਸੰਗਤ ਦੀ ਜ਼ਿੰਦਗੀ ਦੀਆਂ ਬਹੁਤ ਵੱਡੀਆਂ ਸਿੱਖਿਆਵਾਂ ਸਤਿਗੁਰੂ ਨੇ ਬਹੁਤ ਸੰਖੇਪ ਸ਼ਬਦਾਂ ਦੇ ਵਿੱਚ ਦੇ ਦਿੱਤੀਆਂ। ਕਿਉਂਕਿ ਮਨੁੱਖ ਜਦੋਂ ਕੋਈ ਧਰਮ ਦਾ ਕਰਮ ਕਰਦਾ ਹੈ, ਉਦੋਂ ਵੀ ਸਮਝਦਾ ਵੀ ਮੈਂ ਵੱਡਾ ਹੈ, ਤੇ ਜਦੋਂ ਕੋਈ ਧਰਮ ਦਾ ਕਰਮ ਕਰਨ ਤੋਂ ਬਹਾਨਾ ਬਣਾਉਣਾ ਹੈ, ਉਦੋਂ ਛੋਟੀ ਜਿਹੀ ਗੱਲ ਦਾ ਬਹਾਨਾ ਬਣਾ ਕੇ ਰੋਜ਼ ਦੇ ਨੇਮ ਤੋਂ ਪਾਸੇ ਹੋ ਜਾਣਾ ਹੈ, ਨੇਮ ਹੀ ਛੱਡ ਬੈਠਣਾ ਹੈ, ਫਿਰ ਚਿੰਤਾ ਵਿੱਚ ਗ੍ਰਸੇ ਜਾਣਾ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਇਹਨਾਂ ਸਾਰੀਆਂ ਗੱਲਾਂ ਦਾ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ ਭਾਈ, ਕਿ ਜੇ ਕੋਈ ਮਤਾ ਸਮਝੇ ਮੈਂ ਕੋਈ ਮਹੀਨਾ 2 ਮਹੀਨੇ, ਸਾਲ 2 ਸਾਲ ਪ੍ਰਮਾਤਮਾ ਦੀ ਇਬਾਦਤ ਕਰਨ ਲਈ, ਭਾਵ ਭਗਤੀ ਕਰ ਲਈ, ਤੇ ਮੈਂ ਵੱਡਾ ਬਣ ਗਿਆ, ਇਹਦੇ ਵਿੱਚ ਹੀ ਬ੍ਰਾਹਮਣ ਲੋਕ ਆਪਣੀ ਪੂਜਾ ਕਰਾਉਂਦੇ ਸਨ ਕਿ ਅਸੀਂ ਤੇ ਪੁਜਾਰੀ ਹਾਂ, ਪੂਜਾ ਕਰਦੇ ਹਾਂ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨਹੀਂ ਭਾਈ, ਜੇ ਕਰੋੜਾਂ ਸਾਲ ਦੀ ਵੀ ਉਮਰ ਹੋ ਜਾਵੇ, ਕਰੋੜਾਂ ਸਾਲ ਬੈਠਾ ਵੀ ਪੂਜਾ ਕਰਦਾ ਰਹੇ, ਫਿਰ ਵੀ ਉਸ ਦੀ ਪੂਜਾ ਨਹੀਂ ਹੋ ਸਕਦੀ, ਪੂਜਾ ਬੰਦਗੀ ਪੂਰੀ ਇਬਾਦਤ ਨਹੀਂ ਕਰ ਸਕਦਾ ਤੂੰ। ਇਸ ਕਰਕੇ ਇਹ ਮਨ ਵਿੱਚ ਹੰਕਾਰ ਨਹੀਂ ਕਰਨਾ, ਤੇ ਦੂਸਰਾ ਮੈਂ ਧਰਮ ਦੀ ਕਿਰਤ ਕਰਦਾ, ਮੈਂ ਧਰਮ ਦੇ ਉੱਪਰੋਂ ਬਹੁਤ ਸਮਾਂ ਵਾਰ ਦਿੰਦਾ, ਧਰਮ ਦੇ ਉੱਪਰੋਂ ਮੈਂ ਧਨ ਦੌਲਤ ਕੁਰਬਾਨ ਕਰ ਦਿੰਦਾ।
ਇਸ ਕਰਕੇ ਮੈਂ ਰੱਬ ਨੂੰ ਬਹੁਤ ਪਿਆਰਾ ਹੈ ਤੇ ਲੋਕਾਂ ਨਾਲੋਂ ਆਪਣੇ ਆਪ ਨੂੰ ਵੱਖਰਾ ਸਮਝਦਾ ਵੀ ਮੈਂ ਇਹਨਾਂ ਨਾਲੋਂ ਇੱਕ ਵੱਖਰੀ ਪਦਵੀ ਰੱਖਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉੱਥੇ ਵੀ ਸਾਨੂੰ ਉਪਦੇਸ਼ ਦਿੱਤਾ। ਬਲਕਿ ਦਾਸ ਬੇਨਤੀ ਕਰੇਗਾ ਕਿ ਜਦੋਂ ਅਸੀਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅਵਤਾਰ ਪੁਰਬ ਦੇ ਸੰਬੰਧ ਵਿੱਚ ਪ੍ਰਭਾਤ ਫੇਰੀਆਂ ਕੱਢਦੇ ਹਾਂ ਜਾਂ ਨਗਰ ਕੀਰਤਨ ਕੱਢਦੇ ਹਾਂ ਤਾਂ ਉੱਥੇ ਸ਼ਬਦ ਪੜ੍ਹੇ ਜਾਂਦੇ ਨੇ। ਬੜੀ ਚੰਗੀ ਗੱਲ ਹੈ, ਸੰਗਤਾਂ ਜੋਟੀਆਂ ਵਿੱਚ ਵਾਹਿਗੁਰੂ ਦਾ ਸਿਮਰਨ ਕਰਦੀਆਂ, ਜਾਪ ਕਰਦੀਆਂ। ਹੋਰ ਵੀ ਚੰਗਾ ਹੋਵੇ ਜੇ ਅਸੀਂ ਧੰਨ ਗੁਰੂ ਨਾਨਕ ਸਾਹਿਬ ਦੀ ਬਾਣੀ ਵਿੱਚੋਂ ਹੀ ਕੋਈ ਚੋਣਵੇਂ ਸ਼ਬਦ ਪੜ੍ਹੀਏ ਤੇ ਆਉਂਦੇ ਸਾਲ ਤੋਂ ਪਹਿਲਾਂ ਪਹਿਲਾਂ ਉਹ ਸਾਨੂੰ ਜ਼ੁਬਾਨੀ ਯਾਦ ਹੋ ਜਾਣ, ਜ਼ੁਬਾਨੀ ਯਾਦ ਕਰੀਏ। ਸਤਿਗੁਰੂ ਪਾਤਸ਼ਾਹ ਜੀ ਦੇ ਬੇਅੰਤ ਬਾਣੀ ਰਚੀ ਹੈ ਤੇ ਜਦੋਂ ਅਸੀਂ ਭਾਈ ਗੁਰਦਾਸ ਦੀਆਂ ਵਾਰਾਂ ਹੋਣ ਤੇ ਭਾਵੇਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚੋਂ ਸ਼ਬਦ ਹੋਣ ਤੇ ਉਹਨਾਂ ਹੀ ਜੋਟੀਆਂ ਦੇ ਵਿੱਚ ਪੜ੍ਹਦੇ ਜਾਈਏ ਤੇ ਹੋਰ ਵੀ ਆਨੰਦ ਵੱਧ ਜਾਏਗਾ। ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੱਡੇ ਉਪਦੇਸ਼ ਦਿੰਦਿਆਂ ਸਾਨੂੰ ਇਹ ਦਰਸਾਇਆ ਨਾ ਕਿ ਭਾਈ ਤੂੰ ਇਸ ਸਤਿਗੁਰੂ ਦੇ ਨਾਲ ਸ਼ਰਧਾ ਰੱਖ ਕੇ, ਪ੍ਰੇਮ ਰੱਖ ਕੇ, ਭਾਵਨਾ ਰੱਖ ਕੇ ਤੂੰ ਇਹ ਜਤਾਉਣ ਦਾ ਯਤਨ ਕਰੇ ਕਿ ਮੈਂ ਬਹੁਤ ਵੱਡਾ ਪਰਉਪਕਾਰੀ ਹਾਂ, ਪ੍ਰੇਮੀ ਹਾਂ। ਇਸ ਭੁਲੇਖੇ ਵਿੱਚ ਨਾ ਰਹੀਂ, ਬਲਕਿ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਆ ਤੈਨੂੰ ਦੱਸੀਏ, ਜੇ ਤੂੰ ਉਸ ਪ੍ਰਮਾਤਮਾ ਦੇ ਨਾਲ ਪ੍ਰੀਤ ਜੋੜਨੀ ਹੈ ਨਾ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਨ ਨਾ ਕੀਜੈ। ਕਹਿੰਦੇ ਇਹ ਤਾਂ ਇਹੋ ਜਿਹਾ ਮਾਰਗ ਹੈ, ਇਸ ਮਾਰਗ ਤੇ ਚੱਲਦਿਆਂ ਸੀਸ ਵੀ ਲੱਗ ਜਾਏ, ਸਰੀਰ ਲੱਗ ਜਾਏ, ਸ਼ਹਾਦਤਾਂ ਹੋ ਜਾਣ, ਪੁਰਜਾ ਪੁਰਜਾ ਕਟਵਾਉਣਾ ਪੈ ਜੇ। ਸਿੱਖਾਂ ਦਾ ਇਤਿਹਾਸ ਹੈ ਭਾਈ, ਦੇਗਿਆਂ ਚੁੱਬਲੇ ਪੁਰਜਾ ਪੁਰਜਾ ਕਟਵਾਇਆ। ਮਾਈਆਂ ਬੀਬੀਆਂ ਨੇ ਸਵਾ ਸਵਾ ਮਣ ਦੇ ਪੀਸੇ, ਉਹ ਵੀ ਉਸ ਸਮੇਂ ਜਦੋਂ ਛੋਟੇ ਛੋਟੇ ਬੱਚਿਆਂ ਦੇ ਟੋਟੇ ਟੋਟੇ ਕਰਕੇ ਪੁੱਤਰਾਂ ਦੇ ਹਾਰ ਗਲਾਂ ਵਿੱਚ ਪਾਏ ਗਏ, ਪੁੱਠੀਆਂ ਖੱਲਾਂ ਲੱਥੀਆਂ, ਕੋਹਲੂਆਂ 'ਚ ਪੀੜੇ ਗਏ। ਪਰ ਇਹ ਉਪਦੇਸ਼ ਕਿਹਦਾ ਸੀ? ਉਪਦੇਸ਼ ਸੀਗਾ ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਨ ਨਾ ਕੀਜੈ। ਕਹਿੰਦੇ ਸਿਰ ਦੇ ਕੇ ਵੀ ਸ਼ੁਕਰ ਕਰਨਾ ਕਿ ਮਹਾਰਾਜ ਇਹ ਤੇਰਾ ਸ਼ੁਕਰ ਹੈ ਕਿ ਤੂੰ ਧਰਮ ਦੇ ਵਿੱਚ ਪਰਪੱਕਤਾ ਬਖਸ਼ ਕੇ ਇਸ ਸਰੀਰ ਨੂੰ, ਇਸ ਸੀਸ ਨੂੰ ਪ੍ਰਵਾਨ ਕਰ ਲਿਆ। ਇਹ ਮਹਾਰਾਜ ਸੱਚੇ ਪਾਤਸ਼ਾਹ ਦੇ ਜੇ ਅਸੀਂ ਸ਼ਬਦ ਪੜ੍ਹਦੇ ਜਾਵਾਂਗੇ ਉਹਨਾਂ ਗਲੀਆਂ ਦੇ ਵਿੱਚ ਦੀ ਜਿੱਥੋਂ ਮਹਾਰਾਜ ਦਾ ਨਗਰ ਕੀਰਤਨ ਜਾਵੇਗਾ, ਜੋ ਤੋ ਪ੍ਰੇਮ ਖੇਲਣ ਕਾ ਚਾਓ। ਸਾਧ ਸੰਗਤ ਜੀ, ਬੇਅੰਤ ਗੁਰੂ ਕੇ ਸ਼ਬਦ ਹਨ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਮਨੁੱਖ ਖਾਣ ਪੀਣ ਪਹਿਨਣ ਦੇ ਵਿੱਚ ਲੱਗਿਆ ਹੋਇਆ ਤੇ ਸਾਨੂੰ ਮਹਾਰਾਜ ਨੇ ਆਪ ਬਖਸ਼ਿਸ਼ ਕਰਕੇ ਇਹ ਉਪਦੇਸ਼ ਦੇ ਦਿੱਤਾ, ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ। ਕਹਿੰਦੇ ਭਾਈ ਜਿਹੜਾ ਪਤਾ ਨਿਸ਼ਚਿਤ ਸਮਾਂ ਉਹ ਤੇਰੇ ਤੋਂ ਵਿਸਰ ਗਿਆ, ਤੈਨੂੰ ਤੂੰ ਤੇ ਖਾਣ ਪੀਣ ਦੇ ਵਿੱਚ ਹੀ ਲੱਗਾ ਹੋਇਆ। ਤੇ ਫਿਰ ਸਤਿਗੁਰੂ ਪਾਤਸ਼ਾਹ ਜੀ ਨੇ ਰੋਜ਼ ਦੀ ਕਿਰਤ ਕਰਨ ਵਾਲੇ, ਕਿਉਂਕਿ ਸਤਿਗੁਰੂ ਜੀ ਆਪ ਵੀ ਇਹੀ ਕਿਰਤ ਕਰਦੇ ਸੀ ਨਾ, ਜਿਹਦੇ ਪਰਸਾਏ ਸ਼ਬਦ ਉਚਾਰਿਆ ਸਤਿਗੁਰੂ ਜੀ ਨੇ। ਤੇ ਨਾਲ ਨਾਲ ਕਹਿੰਦੇ ਭਾਈ ਜਿੱਥੇ ਤੂੰ ਖੇਤੀ ਸਵਾਰਦਾ, ਵਾਹੁਣਾ ਹੈ, ਬੀਜਦਾ ਹੈ, ਸੁਹਾਗਾ ਦਿੰਦਾ ਹੈ, ਪਾਣੀ ਦਿੰਦਾ ਹੈ, ਫਸਲ ਦੀ ਰਾਖੀ ਕਰਦਾ ਹੈ, ਤੇ ਉੱਥੇ ਨਾਲ ਕਿਹਾ ਮਨ ਹਾਲੀ ਕਰਸਾਣੀ ਕਰਨੀ, ਸਰਮ ਪਾਣੀ ਤਨ ਖੇਤ। ਕਹਿੰਦੇ ਭਾਈ ਇਹ ਵੀ ਨਾਲ ਖਿਆਲ ਰੱਖੀ ਕਿ ਆਪਣੇ ਮਨ ਦੇ ਵਿੱਚ ਨਾਮ ਦਾ ਬੀਜ ਬੀਜ ਕੇ, ਸੰਤੋਖ ਦਾ ਸੁਹਾਗਾ ਦੇ ਕੇ ਇਹਦੀ ਵੀ ਨਾਲ ਰਾਖੀ ਕਰਨੀ। ਤੇ ਦੂਸਰੇ ਪਾਸੇ ਸਤਿਗੁਰੂ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਰਹਿਮਤ ਕੀਤੀ ਸਾਡੇ ਤੇ। ਕਹਿੰਦੇ ਭਾਈ ਜਿਹੜੇ ਧਰਮੀ ਲੋਕ ਹੈ ਨਾ, ਆਪਣੇ ਆਪ ਨੂੰ ਧਰਮ ਦੇ ਇਬਾਦਤਕਾਰ ਵੀ ਮੰਨਦੇ ਨੇ, ਪਰ ਜੇ ਥੋੜਾ ਜਿਹਾ
ਸਰੀਰ ਢਿੱਲਾ ਹੋ ਜਾਵੇ, ਥੋੜਾ ਜਿਹਾ ਕੋਈ ਕੰਮ ਵੱਧ ਜਾਏ, ਕੋਈ ਔਕੜ ਪੈ ਜਾਏ, ਫਿਰ ਉਹ ਨੇਮ ਛੱਡ ਦਿੰਦੇ ਆ। ਉਸ ਨੇਮ ਨੂੰ ਇਹ ਕਹਿ ਕੇ ਵੀ ਜੇ ਰੋਜ਼ ਹੀ ਜਪਜੀ ਸਾਹਿਬ ਪੜ੍ਹਦੇ ਆ, ਰੋਜ਼ ਹੀ 5 ਬਾਣੀਆਂ ਪੜ੍ਹਦੇ ਆ, ਸਾਡੇ ਤੇ ਇਹੀ ਵਿਪਤਾ ਪੈਣੀ ਹੈ, ਫਿਰ ਬਾਣੀ ਪੜ੍ਹਨ ਦਾ ਕੀ ਫਾਇਦਾ ਭਾਈ। ਇਹ ਮਨ ਦੇ ਵਿੱਚ ਸੋਚਦੇ ਆ। ਤੇ ਫਿਰ ਭਾਈ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਉਪਦੇਸ਼ ਨੂੰ ਯਾਦ ਕਰਨਾ ਚਾਹੀਦਾ, ਜਿਨ੍ਹਾਂ ਦਾ ਆਪਾਂ ਗੁਰਪੁਰਬ ਮਨਾਉਣ ਜਾ ਰਹੇ ਨਾ, ਅਵਤਾਰ ਪੁਰਬ ਸਾਰੀ ਦੁਨੀਆ ਦੇ ਵਿੱਚ ਮਨਾਇਆ ਜਾਣਾ ਹੈ। ਤੇ ਉਦੋਂ ਯਾਦ ਕਰਨਾ ਹੈ ਕਿ ਜੇ ਸਰੀਰ ਨੂੰ ਬੁਖਾਰ ਹੋ ਗਿਆ, ਕੋਈ ਕੁਦਰਤੀ ਆਫਤ ਆ ਗਈ, ਕੋਈ ਔਕੜ ਪੈ ਗਈ, ਕਿਸੇ ਬਿਜ਼ਨਸ ਦੇ ਵਿੱਚ ਘਾਟਾ ਪੈ ਗਿਆ, ਤੇ ਫਿਰ ਲਾਂਭਾ ਮਹਾਰਾਜ ਨੂੰ ਦੇਣਾ, ਲਾਂਭਾ ਫਿਰ ਨਿਤਨੇਮ ਨੂੰ ਦੇਣਾ, ਬਾਣੀ ਨੂੰ ਦੇਣਾ, ਰੋਜ਼ ਦੇ ਸਿਮਰਨ ਨੂੰ ਛੱਡ ਦੇਣਾ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਕਹਿੰਦੇ ਭਾਈ ਤੈਨੂੰ ਪਤਾ ਹੀ ਨਹੀਂ ਕਿ ਉਹ ਕਿਸ ਰੰਗ ਦੇ ਵਿੱਚ ਪ੍ਰਸੰਨ ਹੈ, ਕਿਸ ਰੰਗ ਦੇ ਵਿੱਚ ਤੈਨੂੰ ਉਹਨੇ ਰੰਗ ਚਾੜਨਾ ਹੈ, ਤੈਨੂੰ ਨਹੀਂ ਪਤਾ ਇਸ ਗੱਲ ਦਾ। ਹਜ਼ੂਰ ਬਾਣੀ ਵਿੱਚ ਫਰਮਾਉਂਦੇ ਨੇ, ਜੇ ਦੇਹ ਦੁੱਖ ਲਾਈਐ ਪਾਪ ਗ੍ਰਹਿ ਦੁਇਰਾਓ। ਕਹਿੰਦੇ ਭਾਈ ਜੇ ਇਸ ਦੇਹੀ ਨੂੰ ਦੁੱਖ ਲੱਗ ਜਾਵੇ, ਕੋਈ ਭਿਆਨਕ ਦੁੱਖ ਲੱਗ ਜਾਵੇ, ਤੇ ਜਿਹੜੇ 2 ਗ੍ਰਹਿ ਮੰਨੇ ਨੇ, ਜਿਹੜੇ ਕਹਿੰਦੇ ਸੰਸਾਰ ਦੇ ਵਿੱਚ ਪ੍ਰਚਲਿਤ ਨੇ, ਰਾਹੂ ਤੇ ਕੇਤੂ, ਕਹਿੰਦੇ ਇਹ ਪਾਪ ਦੇ ਗ੍ਰਹਿ ਜੇ ਦੋਨੇ ਹੀ ਲਾਗੂ ਹੋ ਜਾਣ, ਰਤ ਪੀਣੇ ਰਾਜੇ ਸਿਰੇ ਉੱਪਰ ਰੱਖੀਐ। ਕਹਿੰਦੇ ਜੇ ਜ਼ੁਲਮ ਕਰਨ ਵਾਲੇ ਰਾਜੇ ਜਿਹੜੇ ਬੇਇਨਸਾਫੀਆਂ ਕਰਕੇ ਹੀ ਜੇਲ੍ਹ ਵਿੱਚ ਪਾ ਦੇਣ, ਸਾਲਾਂ ਬੱਧੀ ਦਹਾਕਿਆਂ ਬੱਧੀ ਜੇਲ੍ਹ ਵਿੱਚ ਹੀ ਡੱਕ ਦੇਣ, ਫਿਰ ਕਹਿੰਦੇ ਨਿੱਤ ਨੇ ਬਾਣੀ ਛੱਡ ਦੇਣੀ ਆ। ਕਹਿੰਦੇ ਨਹੀਂ ਭਾਈ, ਰਤ ਪੀਣੇ ਰਾਜੇ ਸਿਰਾ ਉੱਪਰ ਰੱਖੀਐ, ਏਵੇਂ ਜਪੈ ਭਾਓ। ਕਹਿੰਦੇ ਫਿਰ ਵੀ ਇਵੇਂ ਰੱਖੇ ਤੇ ਮਹਾਰਾਜ ਫਿਰ ਤੇਰੇ ਤੇ ਭਾਵਨਾ ਰੱਖੀਏ, ਭੀ ਤੂੰ ਹੈ ਸਾਲਾਹਣਾ ਆਖਣ ਲਾਹਾ ਨਾ ਚਾਓ। ਮਹਾਰਾਜ ਤੇਰੀ ਕਿਰਪਾ ਤਾਂ ਵਿਸ਼ੇਸ਼ ਤੌਰ ਤੇ ਹੋਵੇਗੀ ਜੇ ਇਹਨਾਂ ਹਾਲਾਤਾਂ ਦੇ ਵਿੱਚ ਵੀ ਤੇਰੇ ਨਾਮ ਨੂੰ ਜਪੀਏ, ਤੇਰੇ ਤੇ ਅਸੀਂ ਭਰੋਸਾ ਰੱਖੀਏ, ਤੇਰੇ ਤੇ ਉਹੀ ਭਾਵਨਾ ਬਣੀ ਰਵੇ। ਮਹਾਰਾਜ ਸਾਡੀ ਇਹ ਸਾਡੀ ਅਰਦਾਸ ਬੇਨਤੀ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਹਰ ਪੱਖ ਤੋਂ ਇਹ ਸਮਝਾਉਣਾ ਕੀਤਾ ਕਿ ਗੁਰੂ ਕੇ ਸਿੱਖਾ ਥੋੜੀ ਜਿਹੀ ਵੀ ਔਕੜ ਪੈ ਗਈ, ਐਵੇਂ ਨਾ ਫਿਰ ਭੂਤਾਂ ਪ੍ਰੇਤਾਂ ਦੇ ਮਗਰ, ਡੰਬੀਆਂ ਪਖੰਡੀਆਂ ਦੇ ਮਗਰ, ਦੇਹ ਧਾਰੀਆਂ ਦੇ ਮਗਰ ਤੁਰਿਆ ਫਿਰੀ ਨਹੀਂ। ਜਿਹੜਾ ਇਹ ਬਾਣੀ ਦੇ ਵਿੱਚ ਫਰਮਾਇਆ ਨਾ, ਸਭ ਤੋਂ ਵੱਡਾ ਸਤਿਗੁਰੂ ਨਾਨਕ, ਤੇ ਸਤਿਗੁਰੂ ਨਾਨਕ ਨੇ ਵੱਡਾ ਕਿਹਨੂੰ ਕਿਹਾ? ਮਹਾਰਾਜ ਸੱਚੇ ਪਾਤਸ਼ਾਹ ਇਹਨੇ ਤਾਂ ਕਿਸੇ ਨੂੰ ਵੱਡਾ ਕਿਹਾ ਨਾ ਭਾਈ। ਸਭ ਤੋਂ ਵੱਡੀ ਦਾਤ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਦਿੱਤੀ। ਆਪ ਸੁਲਤਾਨਪੁਰ ਸਾਹਿਬ ਦੀ ਧਰਤੀ ਤੇ ਸਾਧ ਸੰਗਤ ਵੇਈ ਨਦੀ ਵਿੱਚ ਪ੍ਰਵੇਸ਼ ਹੋ ਕੇ 2 ਦਿਨ ਨਦੀ ਦੇ ਵਿੱਚ ਜਲ ਵਿੱਚ ਪ੍ਰਵੇਸ਼ ਹੀ ਰਹੇ, ਤੇ ਮਹਾਰਾਜ ਨੇ ਸੱਚਖੰਡ ਤੋਂ ਸਾਨੂੰ ਇਹ ਬਾਣੀ ਲਿਆ ਕੇ ਦਿੱਤੀ, ਜਿਹੜਾ ਕਿਹਾ ਮਰੇ ਧੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ। ਤੇ ਫਿਰ ਇਹ ਜਿਹੜਾ ਸਾਨੂੰ ਮੂਲ ਮੰਤਰ ਦਿੱਤਾ, ਇਹਦੇ ਵਾਸਤੇ ਕਹਿ ਦਿੱਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ। ਜਦੋਂ ਰਾਏ ਬਲਾਰ ਤੇ ਹੋਰ ਸਿੱਖ ਸੰਗਤਾਂ ਨੇ ਪੁੱਛਿਆ ਮਹਾਰਾਜ ਸੱਚਖੰਡ ਗਏ ਤੇ ਕੀ ਲੈ ਕੇ ਆਏ? ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਲਿਆਏ ਮੂਲ ਮੰਤਰ। ਸਾਰੇ ਮੰਤਰਾਂ ਦਾ ਮੁੱਢ ਕਿਉਂ ਕਿਹਾ? ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੋਂ ਵੱਡਾ ਸਤਿਗੁਰੂ ਨਾਨਕ। ਕਿਉਂਕਿ ਮੰਤਰਾਂ ਦਾ ਜ਼ੋਰ ਸੀ, ਮੰਤਰਾਂ ਦੇ ਜ਼ੋਰ ਤੇ ਦੁਨੀਆ ਨੂੰ ਨਵਾਇਆ ਜਾਂਦਾ ਸੀ, ਦੁਨੀਆ ਨੂੰ ਮਨਾਇਆ ਜਾਂਦਾ, ਭਰਮਾਇਆ ਜਾਂਦਾ ਸੀ। ਤੇ ਮਹਾਰਾਜ ਕਹਿੰਦੇ ਲਓ ਭਾਈ ਅਸੀਂ ਲਿਆਏ ਹੁਣ ਮੂਲ ਮੰਤਰ, ਕੋਈ ਮੰਤਰ ਤੇ ਅਸਰ ਕਰੇਗਾ ਹੀ ਨਹੀਂ। ਤੇ ਮਹਾਰਾਜ ਸੱਚੇ ਪਾਤਸ਼ਾਹ ਇਹ ਆਪ ਜੀ ਨੇ ਲਿਆਂਦਾ ਮੰਤਰ, ਇਹ ਆਪ ਜੀ ਨੇ ਪੈਦਾ ਕੀਤਾ ਮੰਤਰ।
ਇਹ ਆਪ ਜੀ ਨੇ ਉਚਾਰਿਆ ਮੰਤਰ। ਮਹਾਰਾਜ ਕਹਿੰਦੇ ਭਾਈ ਅਸੀਂ ਤੇ ਲਿਆ ਕੇ ਸੰਗਤਾਂ ਦੇ ਵਿੱਚ ਇਹਨੂੰ ਪ੍ਰਗਟ ਕਰ ਰਹੇ ਆ, ਪਰ ਇਹ ਹੈ ਕੀ ਹੈ? ਇਹ ਹੈ ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਤੇ ਮਹਾਰਾਜ ਕੀ ਹੈ ਫਿਰ ਮੰਤਰ? ਮਹਾਰਾਜ ਕਹਿੰਦੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਕਹਿੰਦੇ ਮੰਤਰ ਲਿਆਏ ਮਹਾਰਾਜ, ਕੀ ਕਰਨਾ ਫਿਰ? ਮਹਾਰਾਜ ਕਹਿੰਦੇ ਜਪ, ਇਹਨੂੰ ਭਾਈ ਜਪ, ਜਪਣ ਵਾਸਤੇ ਹੈ। ਤੇ ਫਿਰ ਕਿਹਾ ਸੀ ਇਹ ਆਦ ਸੱਚ ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਕਹਿੰਦੇ ਪਹਿਲਾਂ ਵੀ ਸੱਚਾ ਹੀ ਸੀ, ਅੱਜ ਸੱਚਾ ਵਰਤ ਰਿਹਾ ਹੈ ਤੇ ਹਮੇਸ਼ਾ ਹੀ ਸੱਚਾ ਰਹੇਗਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਸਾਨੂੰ ਮੰਤਰ ਦਿੱਤਾ ਭਾਈ। ਤੇ ਜਿਹੜੇ ਗੁਰੂ ਕੇ ਪਿਆਰੇ ਪ੍ਰੇਮ ਸ਼ਰਧਾ ਦੇ ਨਾਲ ਇਹਦਾ ਅਭਿਆਸ ਕਰਦੇ ਆ, ਵਾਹਿਗੁਰੂ ਦਾ ਸਿਮਰਨ ਕਰਦੇ ਆ, ਮੂਲ ਮੰਤਰ ਦੀ ਮਾਲਾ ਫੇਰਦੇ ਆ, ਜਪ ਕਰਦੇ ਆ, ਉਹਨਾਂ ਤੇ ਥਾਂ ਕਿਰਪਾ ਹੋ ਜਾਂਦੀ ਸਤਿਗੁਰੂ ਦੀ, ਬੇਅੰਤ ਬਖਸ਼ਾਂ ਹੋ ਜਾਂਦੀਆਂ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿੱਥੇ ਸਿੱਧਾਂ ਨੂੰ, ਜਿੱਥੇ ਪੀਰਾਂ ਨੂੰ, ਜਿੱਥੇ ਜੋਗੀਆਂ ਨੂੰ, ਜਿੱਥੇ ਰਾਜਿਆਂ ਨੂੰ, ਜਿੱਥੇ ਵਲੀਆਂ ਨੂੰ ਸਿੱਖਿਆ ਦਿੱਤੀ ਨਾ, ਉੱਥੇ ਆਮ ਜਗਤ ਨੂੰ ਕਿਹਾ ਕਿ ਤੁਸੀਂ ਪਰਮੇਸ਼ਰ ਦੀ ਭਾਵ ਭਗਤੀ ਦੇ ਵਿੱਚ ਆਪਣੇ ਮਨ ਨੂੰ ਰੰਗੋ, ਕਿਉਂਕਿ ਇਹ ਰੰਗ ਹਰ ਇੱਕ ਤੇ ਚੜ੍ਹ ਸਕਦਾ। ਤੁਹਾਨੂੰ ਐਵੇਂ ਭਰਮ ਭੁਲੇਖਿਆਂ ਵਿੱਚ ਪਾਇਆ ਹੈ ਕਿ ਕੇਵਲ ਕੁਝ ਗਿਣਤੀ ਦੇ ਲੋਕ ਨੇ ਜਿਹੜੇ ਪ੍ਰਭੂ ਦੀ ਇਬਾਦਤ ਕਰ ਸਕਦੇ, ਭਾਵ ਭਗਤੀ ਕਰ ਸਕਦੇ ਆ। ਨਹੀਂ, ਅਸੀਂ ਇਹ ਡੰਕੇ ਦੀ ਚੋਟ ਤੇ ਤੁਹਾਨੂੰ ਦੱਸਦੇ ਹਾਂ ਕਿ ਪਰਮਾਤਮਾ ਦਾ ਨਾਮ ਕੋਈ ਵੀ ਜਪ ਸਕਦਾ। ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਕਹਿੰਦੇ ਜਿਨ੍ਹਾਂ ਨੇ ਇਹ ਨਾਮ ਜਪ ਲਿਆ ਉਹਨਾਂ ਦਾ ਭਲਾ ਹੋਵੇਗਾ, ਉਹ ਸੰਸਾਰ ਵਿੱਚੋਂ ਉਜਲੇ ਮੁਖ ਲੈ ਕੇ ਸੰਸਾਰ ਵਿੱਚੋਂ ਜਾਣਗੇ। ਇਸ ਵਾਸਤੇ ਕੋਈ ਜਾਤੀ ਸੰਬੰਧ ਨਹੀਂ, ਕੋਈ ਇੱਥੇ ਬੈਂਕ ਬੈਲੈਂਸ ਨਹੀਂ ਚਾਹੀਦਾ, ਕੋਈ ਇੱਥੇ ਵਿਦਿਆ ਦਾ ਹਿਸਾਬ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਪ੍ਰਾਣੀ ਗੋਬਿੰਦ ਧਿਆਵੈ, ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੈ। ਕਹਿੰਦੇ ਉਹ ਪਰਮਗਤੀ ਨੂੰ ਪ੍ਰਾਪਤ ਹੋ ਜਾਵੇਗਾ ਜਿਹੜਾ ਉਸ ਪ੍ਰਭੂ ਦੀ ਇਸ ਭਗਤੀ ਦੇ ਵਿੱਚ ਆਪਣੇ ਆਪ ਨੂੰ ਜੋੜ ਲਵੇਗਾ। ਹੁਣ ਆਪਾਂ ਵਾਹਿਗੁਰੂ ਤਾਂ ਸਾਰੇ ਹੀ ਕਹਿ ਸਕਦੇ ਆ ਨਾ ਭਾਈ, ਇਹਦੇ ਵਾਸਤੇ ਤਾਂ ਕੋਈ ਡਿਗਰੀ ਨਹੀਂ ਚਾਹੀਦੀ, ਇਹਦੇ ਵਾਸਤੇ ਤਾਂ ਸਾਨੂੰ ਕੋਈ ਬਹੁਤ ਵਿਦਿਆ ਤੇ ਯੋਗਤਾ ਨਹੀਂ ਚਾਹੀਦੀ ਕਿ ਤਾਂ ਅਸੀਂ ਵਾਹਿਗੁਰੂ ਕਹਿ ਸਕਦੇ ਹਾਂ। ਪਰ ਗੱਲ ਬੜੀ ਵੱਡੀ ਹੈ, ਗੱਲ ਬਹੁਤ ਵੱਡੀ ਹੈ। ਸਾਰੀਆਂ ਵਿਦਿਆ ਦੀ ਦਾਤੀ ਹੈ ਇਹ ਵਿਦਿਆ। ਸੋ ਇਸ ਕਰਕੇ ਵਾਹਿਗੁਰੂ ਸਿਮਰਨ ਸਭ ਤੋਂ ਵੱਡਾ। ਜੇ ਅਸੀਂ ਉਸ ਵਾਹਿਗੁਰੂ ਦਾ ਧਿਆਨ ਧਰਾਂਗੇ, ਉਹਦੇ ਨਾਲ ਜੁੜਾਂਗੇ, ਤੇ ਬਾਕੀ ਜਗਤ ਦੀ ਵਿਦਿਆ ਤਾਂ ਇਹਦੇ ਵਿੱਚੋਂ ਹੀ ਪੈਦਾ ਹੋਈ ਹੈ ਨਾ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਇਹ ਵੀ ਇੱਕ ਰਾਹ ਦੇ ਦਿੱਤਾ। ਤੇ ਫਿਰ ਸਤਿਗੁਰੂ ਨੇ ਇਹ ਬੰਧਨ ਤੋੜੇ, ਜਿੱਥੇ ਕਿਹਾ ਗਿਆ ਕਿ ਔਰਤਾਂ ਪਲੀਤ ਨੇ, ਇਹ ਧਾਰਮਿਕ ਅਸਥਾਨਾਂ ਤੇ ਨਹੀਂ ਆ ਸਕਦੀਆਂ, ਧਰਮ ਦੀ ਇਬਾਦਤ ਨਹੀਂ ਕਰ ਸਕਦੀਆਂ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਟਕਾਰ ਪਾਈ। ਮਹਾਰਾਜ ਨੇ ਕਿਹਾ ਉਹ ਨਿਕੰਮਿਓ, ਤੁਸੀਂ ਪੈਦਾ ਕਿੱਥੋਂ ਹੋਏ? ਜਿਹੜੀ ਔਰਤ ਨੇ, ਜਿਹੜੀ ਮਾਂ ਨੇ ਜਨਮ ਦਿੱਤਾ ਉਹਨੂੰ ਫਟਕਾਰ ਦਿਓ? ਨਹੀਂ, ਕਹਿੰਦੇ ਇਹ ਵੀ ਪਰਮਾਤਮਾ ਦੀ ਇਬਾਦਤ ਕਰ ਸਕਦੀਆਂ। ਨਹੀਂ ਤੇ ਕਿਸੇ ਸ਼ਿਵਦਿਆਲੇ ਵਿੱਚ, ਕਿਸੇ ਮੰਦਰ ਵਿੱਚ, ਕਿਸੇ ਮਸੀਤ ਵਿੱਚ ਔਰਤ ਨਹੀਂ ਸੀ ਜਾ ਸਕਦੀ। ਇਹ ਸਤਿਗੁਰੂ ਪਾਤਸ਼ਾਹ ਜੀ ਨੇ ਰਹਿਮਤ ਕੀਤੀ, ਕਿਰਪਾ ਕੀਤੀ ਕਿ ਇਹਨਾਂ ਦਾ ਤਾਂ ਫਿਰ ਮਨੁੱਖਾ ਜਨਮ ਹੀ ਜਾਈ ਚਲਿਆ ਜਾਵੇਗਾ। ਜੇ ਇਸ ਤਰ੍ਹਾਂ ਇਹਨਾਂ ਨਾਲ ਧੱਕਾ ਕਰਾਂਗੇ, ਇਹ ਛਲ ਕਰਾਂਗੇ, ਇਹ ਜ਼ੁਲਮ ਕਰਾਂਗੇ, ਤਾਂ ਫਿਰ ਇਹ ਪਾਪ ਦਾ ਭਾਗੀ ਕੌਣ ਬਣੇਗਾ? ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਪਾਸਿਓਂ ਵੀ ਸਾਨੂੰ ਰੋਕਿਆ। ਸੋ ਇਸ ਵਾਸਤੇ ਆਦਲ ਅਦਲ ਕਰਾਏ ਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਉਹ ਜਿਹੜਾ ਆਪ ਜੱਜ ਹੈ ਨਾ, ਇਨਸਾਫ ਕਰਨ ਵਾਲਾ, ਤੇ ਅਦਲ ਹੈ ਇਨਸਾਫ, ਤੇ ਆਦਲ ਹੈ ਕਰਨ ਵਾਲਾ ਇਨਸਾਫ ਨੂੰ,
ਮਹਾਰਾਜ ਸੱਚੇ ਪਾਤਸ਼ਾਹ ਨੂੰ ਕਿਹਾ ਕਿ ਉਹ ਆਪ ਇਨਸਾਫ ਕਰਨ ਵਾਲਾ ਹੈ। ਕਿਸੇ ਦਾ ਕੀਤੀ ਹੋਈ ਭਾਵ ਭਗਤੀ ਬੰਦਗੀ ਨੂੰ ਇੱਕ ਤਿਲ ਮਾਤਰ ਵੀ ਅਜਾਈਂ ਨਹੀਂ ਜਾਣ ਦਿੰਦਾ। ਉਹ ਐਸਾ ਅਦਲ ਕਰਦਾ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਉਸ ਭਾਵ ਭਗਤੀ ਨੂੰ ਪ੍ਰਵਾਨ ਕਰਕੇ ਉਹਦੀ ਭਗਤੀ ਕੀਤੀ ਹੋਈ ਲੇਖੇ ਵਿੱਚ ਲਾ ਦਿੰਦੇ ਨੇ। ਉਹ ਕੋਈ ਵੀ ਕਰੇ। ਇਹ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀਆਂ ਵਡਿਆਈਆਂ ਹੈ। ਸਾਧ ਸੰਗਤ ਜੀ, ਫਿਰ ਕੋਈ ਵੀ ਆ ਗਿਆ ਇੱਥੇ ਕੋਈ ਹਿੰਦੂ ਮਤ ਦੇ ਆ ਗਏ, ਉਹਨਾਂ ਨੂੰ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਤੁਸੀਂ ਆਪਣੇ ਧਰਮ ਦੀ ਪਰਪੱਕਤਾ ਰੱਖੋ। ਤੁਸੀਂ ਪੰਡਤ ਤਾਂ ਹੈ ਜੇ ਤੁਸੀਂ ਤ੍ਰਿਆਂ ਗੁਣਾਂ ਦੀ ਪੰਡ ਨੂੰ ਸਿਰ ਤੋਂ ਉਤਾਰ ਦੇਵੋ। ਜੇ ਇੱਥੇ ਮੁਸਲਮਾਨ ਵੀਰ ਆਏ ਸਤਿਗੁਰੂ ਦੀ ਇਬਾਦਤ ਕਰਨ ਵਾਸਤੇ ਸਤਿਗੁਰੂ ਦੀ ਸ਼ਰਨ ਵਿੱਚ ਆ ਗਏ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਵੀ ਕਿਹਾ ਕਿ ਤੁਸੀਂ ਪੰਜ ਵਕਤ ਦੇ ਨਮਾਜ਼ੀ ਤਾਂ ਹੈ ਜੇ ਤੁਸੀਂ ਮੁਸਲਮਾਨ ਮੋਮ ਦਿਲ ਹੋਵੇ, ਅੰਤਰ ਕੀ ਮਲ ਦਿਲ ਤੇ ਧੋਵੈ, ਦੁਨੀਆ ਰੰਗ ਨਾ ਆਵੇ ਨੇੜੇ, ਜਿਉਂ ਕੁਸਮ ਪਾਟ ਕਿਉ ਪਾਕ ਹਰਾ। ਕਹਿੰਦੇ ਭਾਈ ਇਸ ਤਰ੍ਹਾਂ ਦਾ ਤੇਰਾ ਜੀਵਨ ਚਾਹੀਦਾ ਤਾਂ ਤੂੰ ਮੁਸਲਮਾਨ ਹੈ। ਇਸ ਕਰਕੇ ਹੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਭਾਈ ਗੁਰਦਾਸ ਜੀ ਨੇ ਕਿਹਾ ਹੈ ਕਿ ਜਹਰ ਪੀਰ ਜਗਤ ਗੁਰ ਬਾਬਾ। ਜੇ ਜਹਰ ਪੀਰ ਵੀ ਹੈ ਕਿਉਂਕਿ ਮੁਸਲਮਾਨ ਪੀਰ ਮੰਨਦੇ ਸਨ ਤੇ ਸਿੱਖ ਜਗਤ ਦੇ ਵਿੱਚ ਗੁਰੂ ਬਾਬਾ ਮੰਨਦੇ ਸਨ। ਇਹ ਜਾਹਰ ਪੀਰ ਤਾਂ ਪ੍ਰਗਟ ਹੋਇਆ ਸੀ ਭਾਈ। ਇਸ ਵਾਸਤੇ ਅਸੀਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜਿੱਥੇ ਅਵਤਾਰ ਪੁਰਬ ਮਨਾਉਣਾ ਹੈ ਉੱਥੇ ਉਹਨਾਂ ਦੀਆਂ ਬੇਅੰਤ ਜਿਹੜੀਆਂ ਬਖਸ਼ਾਂ ਨੇ, ਜਿਹੜੇ ਬੰਧਨ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤੋੜੇ। ਕੋਈ ਕਹਿ ਸਕਦਾ ਸੀ ਕਿ ਭਾਈ ਇਹ ਜਿਹੜੇ ਦੁਨੀਆ ਤੇ ਰਾਜੇ ਰਾਜ ਕਮਾਉਣ ਵਾਲੇ ਐ ਉਹ ਪਾਪੀ ਨੇ, ਉਹ ਜ਼ਾਲਮ ਨੇ। ਜ਼ੁਲਮ ਕਰਨ ਵਾਲੇ ਨੂੰ ਵੀ ਜ਼ਾਲਮ ਕਹਿਣਾ ਇਹ ਸਾਧ ਸੰਗਤ ਧੰਨ ਗੁਰੂ ਨਾਨਕ ਸਾਹਿਬ ਹੀ ਕਹਿ ਸਕਦੇ ਨੇ। ਰਾਜੇ ਸ਼ੀ ਮੁਕੱਦਮ ਕੁੱਤੇ, ਜਾਏ ਜਗਾਇਨ ਬੈਠੇ ਸੁੱਤੇ। ਇਹ ਕੌਣ ਕਹਿ ਸਕਦਾ ਸੀ? ਇਹ ਧੰਨ ਗੁਰੂ ਨਾਨਕ ਸਾਹਿਬ ਹੀ ਕਹਿ ਸਕਦੇ ਸਨ। ਇਸ ਵਾਸਤੇ ਆਓ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਅਵਤਾਰ ਪੁਰਬ ਮਨਾਉਂਦਿਆਂ ਮਨ ਵਿੱਚ ਵਿਸ਼ਵਾਸ ਦ੍ਰਿੜ ਕਰੀਏ ਕਿ ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਸਭ ਤੋਂ ਵੱਡਾ ਸਤਿਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਉਪਦੇਸ਼ ਹੈ, ਉਹਨਾਂ ਦਾ ਸਿਧਾਂਤ ਹੈ। ਉਹ ਜੇ ਸਾਡੇ ਮਨ ਵਿੱਚ ਵਸ ਜਾਵੇ, ਨਾਮ ਜਪੋ, ਕਿਰਤ ਕਰੋ, ਵੰਡ ਛਕੋ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ 10 ਰੂਪਾਂ ਦੇ ਵਿੱਚ ਇਸ ਸਿਧਾਂਤ ਨੂੰ ਵੰਡਿਆ ਮਹਾਰਾਜ ਨੇ। ਤੇ ਫਿਰ ਜਿਹੜੇ ਸਿੱਖ ਬਣ ਗਏ ਉਹਦੇ ਉੱਪਰ ਮਹਾਰਾਜ ਨੇ ਮੋਹਰ ਲਾਈ ਕਿ ਲੈ ਭਾਈ ਹੁਣ ਅਸੀਂ ਇੱਥੇ ਮੋਹਰ ਲਾਉਣੇ, ਜਿਵੇਂ ਸਕੂਲ 'ਚੋਂ ਸਰਟੀਫਿਕੇਟ ਮਿਲ ਜਾਂਦਾ ਨਾ। ਮਹਾਰਾਜ ਕਹਿੰਦੇ ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੈ। ਲੈ ਭਾਈ ਜਿਹੜਾ ਸਿੱਖ ਕਹਾਉਂਦਾ ਹੈ ਆਪਣੇ ਆਪ ਨੂੰ, ਉਹਨੂੰ ਅਸੀਂ ਇੱਕ ਪਹਿਲਾਂ ਸਿਲੇਬਸ ਦਿੰਦੇ ਹਾਂ। ਜਿਹੜਾ ਇਹ ਸਿਲੇਬਸ ਨੂੰ ਮੰਨ ਲਵੇਗਾ ਤੇ ਉਹ ਗੁਰੂ ਕਾ ਸਿੱਖ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਉਹ ਗੁਰੂ ਕਾ ਸਿੱਖ ਹੈ। ਇਹ ਧੰਨ ਗੁਰੂ ਨਾਨਕ ਸਾਹਿਬ ਦੀ ਫਿਲਾਸਫੀ ਹੈ। ਇਸ ਵਾਸਤੇ ਭਾਈ ਇੱਥੇ ਕੋਈ ਉਹ ਸਿੱਖ ਨਹੀਂ ਕਿ ਜਿਹੜਾ ਚੰਗੇ ਵਸਤਰ ਪਾ ਲਵੇ, ਜਿਹੜੀ ਵੱਡੀ ਗੱਡੀ ਰੱਖ ਲਵੇ, ਲੋਕਾਂ 'ਚ ਬੱਲੇ ਬੱਲੇ ਕਰਾ ਕੇ ਨਾਅਰੇ ਲਵਾ ਲਵੇ, ਕਹਦੇ ਮੈਂ ਸਭ ਤੋਂ ਵੱਡਾ ਪ੍ਰਧਾਨ ਹੈ। ਉਹ ਨਹੀਂ। ਮਹਾਰਾਜ ਕਹਿੰਦੇ ਭਾਈ ਇੱਥੇ ਕਮਾਈ ਦੀ ਸਿੱਖੀ ਹੈ। ਜਿਹੜਾ ਇਹ ਸਿੱਖੀ ਨੂੰ ਮੰਨ ਲਵੇਗਾ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਵਿਖ ਪਾਪ ਦੋਖ ਲੈ ਜਾਵੈ। ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ। ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ, ਸੋ ਗੁਰ ਸਿੱਖ। ਕਹਿੰਦੇ ਉਹ ਆ ਗੁਰੂ ਕਾ ਸਿੱਖ। ਗੁਰੂ ਮਨ ਭਾਵੈ ਤੇ ਗੁਰੂ ਨੂੰ ਭਾਉਂਦਾ ਸਿੱਖ ਹੈ ਉਹ। ਇਹ ਧੰਨ ਗੁਰੂ ਨਾਨਕ ਸਾਹਿਬ ਦੀਆਂ ਬਖਸ਼ਾਂ ਹਨ ਭਾਈ। ਸਤਿਗੁਰੂ ਰਹਿਮਤ ਕਰੇ। ਸੋ ਪਰਸੋਂ ਤੋਂ ਮਹਾਰਾਜ ਸੱਚੇ ਪਾਤਸ਼ਾਹ ਦੇ ਅਵਤਾਰ ਪੁਰਬ ਦੇ ਅਖੰਡ ਪਾਠ ਸਾਹਿਬ ਆਰੰਭ ਹੋ ਜਾਣੇ ਆ। ਸਾਰੀ ਦੁਨੀਆ ਦੇ ਵਿੱਚ ਆਪਾਂ ਇਹ ਕਈ ਦਿਨ ਇੱਕ ਹਫ਼ਤਾ ਪ੍ਰਚਾਰ ਚੱਲਣਾ ਸ਼ਰਧਾ ਪ੍ਰੇਮ ਦੇ ਨਾਲ। ਆਉਣ ਵਾਲੇ ਵਿਦਵਾਨਾਂ ਕੋਲੋਂ ਵੀ ਆਪਾਂ ਸਤਿਗੁਰੂ ਪਾਤਸ਼ਾਹ ਦੀ ਇਸ ਜੀਵਨੀ ਬਾਰੇ, ਉਹਨਾਂ ਦੀਆਂ ਵਡਿਆਈਆਂ ਬਖਸ਼ਾਂ ਬਾਰੇ ਬਹੁਤ ਧਿਆਨ ਦੇ ਨਾਲ ਆਪਾਂ ਕਥਾ ਵਿਚਾਰਾਂ ਸੁਣਾਂਗੇ। ਤੇ ਸਾਰਾ ਸਾਲ ਜਿਵੇਂ ਸਾਧ ਸੰਗਤ ਜੀ
ਕੁਝ ਸਮੇਂ ਵਾਸਤੇ ਬੈਟਰੀ ਲਾ ਕੇ ਚਾਰਜ ਤੇ ਲਾ ਦੇਈਦੀ ਹੈ ਨਾ, ਇਹ ਆਪਣੇ ਮਨ ਨੂੰ ਚਾਰਜ ਕਰਨ ਵਾਸਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਗੁਰਪੁਰਬ ਨੂੰ ਆਪਾਂ ਸਮਰਪਿਤ ਹੋਈਏ, ਤਾਂ ਕਿ ਆਪਣੇ ਮਨ ਦੀ ਬੈਟਰੀ ਚਾਰਜ ਹੋ ਜਾਵੇ ਤੇ ਸਾਰਾ ਸਾਲ ਅਸੀਂ ਆਨੰਦ ਲਈਏ। ਸਤਿਗੁਰੂ ਪਾਤਸ਼ਾਹ ਦੇ ਉਪਦੇਸ਼ ਤੋਂ ਅਸੀਂ ਸਿੱਖਿਆ ਲੈ ਕੇ ਨਾਮ ਵਿੱਚ, ਬਾਣੀ ਵਿੱਚ, ਸਿਮਰਨ ਵਿੱਚ, ਸੇਵਾ ਵਿੱਚ ਆਪਣੇ ਮਨ ਨੂੰ ਜੋੜੀਏ, ਤਾਂ ਹੀ ਸਤਿਗੁਰੂ ਪਾਤਸ਼ਾਹ ਦੀ ਰਹਿਮਤ ਹੋਵੇਗੀ। ਆਓ ਭਗਤ ਕਬੀਰ ਜੀ ਵੀ ਇਹਨਾਂ ਹੀ ਸ਼ਬਦਾਂ ਦੇ ਨਾਲ ਸੋ ਬਾਣੀ ਦੇ ਵਿੱਚ ਜੋੜਦੇ ਹਨ, ਜੋ ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਕੇ ਗੌੜੀ ਰਾਗ ਦੇ ਵਿੱਚ ਭਗਤ ਕਬੀਰ ਜੀ ਦੀ ਬਾਣੀ ਚੱਲ ਰਹੀ ਹੈ। ਆਓ ਉਸ ਉਪਦੇਸ਼ ਨੂੰ ਆਪਾਂ ਸਰਵਣ ਕਰੀਏ ਜੀ। ਗੌੜੀ ਕਬੀਰ ਜੀ ਜਬ ਹਮ ਏਕੋ ਏਕ ਕਰ ਜਾਣਿਆ। ਸਾਧ ਸੰਗਤ ਜੀ, ਭਗਤ ਕਬੀਰ ਜੀ ਕਾਸ਼ੀ ਵਿੱਚ ਰਹਿੰਦੇ ਸਨ। ਜਿਸ ਮਹੱਲੇ ਵਿੱਚ ਰਹਿੰਦੇ ਸਨ, ਇੱਕ ਦਿਨ ਚੋਰ ਚੋਰੀ ਕਰਨ ਦੀ ਭਾਵਨਾ ਦੇ ਨਾਲ ਮਹੱਲੇ ਵਿੱਚ ਆਇਆ। ਚੋਰੀ ਤਾਂ ਨਹੀਂ ਕਰ ਸਕਿਆ, ਪਰ ਰਾਤ ਬਹੁਤੀ ਗੁਜ਼ਰ ਗਈ। ਵੇਖਿਆ ਕਿ ਹੁਣ ਵਾਪਸ ਚਲੇ ਜਾਣਾ ਚਾਹੀਦਾ, ਮੈਂ ਫੜਿਆ ਨਾ ਜਾਵਾਂ। ਇਹਨੇ ਨੂੰ ਬਾਹਰ ਮਗਰ ਲੱਗ ਗਈ। ਚੋਰ ਨੇ ਸੋਚਿਆ ਮੈਂ ਫੜਿਆ ਜਾਣਾ ਹੁਣ। ਦੇਖਿਆ ਕਿ ਕੋਈ ਘਰ ਖੁੱਲ੍ਹਾ ਨਹੀਂ, ਪਰ ਭਗਤ ਕਬੀਰ ਜੀ ਭਾਉ ਭਗਤੀ ਬੰਦਗੀ ਵਾਲੇ ਸਨ। ਰਾਤ ਨੂੰ 1 ਵਜੇ ਉੱਠ ਕੇ ਸਿਮਰਨ ਕਰਨ ਵਾਲੇ ਸਨ। ਵੇਖਿਆ ਕਿ ਆਹ ਘਰ ਖੁੱਲ੍ਹਾ ਹੈ, ਉਸ ਘਰ ਚਲੇ ਗਏ। ਜਾਣਦਾ ਵੀ ਸੀ ਵੀ ਇਹ ਭਗਤ ਕਬੀਰ ਜੀ ਦਾ ਘਰ ਹੈ। ਆਪਦੀ ਫਰਿਆਦ ਕੀਤੀ ਕਿ ਕਬੀਰ ਜੀ ਮੈਨੂੰ ਬਚਾਓ, ਮੈਂ ਫੜਿਆ ਜਾਵਾਂਗਾ, ਮਾਰਿਆ ਜਾਵਾਂਗਾ। ਕਹਿੰਦੇ ਭਾਈ ਤੂੰ ਚੋਰੀ ਕੀਤੀ ਹੈ? ਕਹਿੰਦੇ ਨਹੀਂ, ਚੋਰੀ ਕੀਤੀ ਨਹੀਂ, ਪਰ ਮੈਂ ਆਇਆ ਚੋਰੀ ਕਰਨੀ ਸੀ। ਕਹਿੰਦੇ ਪਹਿਲਾਂ ਪਰਨ ਕਰ ਕਿ ਅੱਜ ਤੋਂ ਬਾਅਦ ਮੈਂ ਚੋਰੀ ਕਰਨ ਦਾ ਸੁਭਾਅ ਛੱਡ ਦਿੱਤਾ, ਕੁਕਰਮ ਹੀ ਛੱਡ ਦਿੱਤਾ ਏ, ਮੁੜ ਕੇ ਇਹ ਪਾਪ ਨਹੀਂ ਕਰਾਂਗਾ। ਜੇ ਤੂੰ ਪਰਨ ਕਰੇਗਾ, ਨਿਭਾਵੇਂਗਾ, ਤੇ ਫਿਰ ਤੈਨੂੰ ਭਾਈ ਬਚਾ ਲਾਂਗੇ। ਕਹਿੰਦਾ ਜੀ ਆਪ ਦੇ ਸਨਮੁਖ ਮੈਂ ਪਰਨ ਕਰਦਾ, ਰਹਿੰਦੀ ਜ਼ਿੰਦਗੀ ਮੈਂ ਕਦੇ ਚੋਰੀ ਨਹੀਂ ਕਰਾਂਗਾ। ਕਹਿੰਦੇ ਚੰਗਾ, ਬਾਕੀ ਉਪਦੇਸ਼ ਬਾਅਦ ਦਿਆਂਗੇ। ਆ ਮੰਜੀ ਪਈ ਆ, ਇਹ ਤੇ ਪੈ ਜਾ। ਪੈ ਗਿਆ ਮੰਜੀ ਤੇ। ਉਦੋਂ ਨੂੰ ਬਾਹਰ ਮਗਰ ਆ ਗਈ। ਪੁੱਛਿਆ ਕਬੀਰ ਜੀ ਨੂੰ, ਕਬੀਰ ਇੱਥੇ ਚੋਰ ਆਇਆ? ਕਹਿੰਦੇ ਆ ਘਰ ਤੁਹਾਡੇ ਸਾਹਮਣੇ ਆ, ਦੇਖ ਲਓ। ਜਦੋਂ ਦੇਖਿਆ, ਪੁੱਛਿਆ ਕਿ ਕਿਹਦੇ ਕਮਰੇ ਨੇ ਜਾਂ ਮੰਜੇ ਕਿਸ ਦੇ ਨੇ? ਕਹਿੰਦਾ ਮੇਰਾ ਮੰਜਾ, ਆ ਮੇਰੀ ਘਰਵਾਰੀ ਲੋਈ ਦਾ ਹੈ, ਆ ਮੇਰੇ ਪੁੱਤਰ ਕਮਾਲੇ ਦਾ ਹੈ, ਆ ਮੇਰੀ ਪੁੱਤਰੀ ਦਾ ਕਮਾਲੀ ਦਾ ਹੈ। ਇਸ ਤਰ੍ਹਾਂ ਸਾਰੇ ਗਨਾਤ ਚਲੇ ਗਏ। ਸਵੇਰ ਨੂੰ ਪਤਾ ਲੱਗਾ ਕਿ ਚੋਰ ਤਾਂ ਕਬੀਰ ਜੀ ਦੇ ਘਰ ਵਿੱਚ ਹੀ ਸੀਗਾ। ਲੋਕ ਇਕੱਠੇ ਹੋ ਕੇ, ਕਿਉਂਕਿ ਉਹਨੂੰ ਤਾਂ ਸ਼ੂਦਰ ਮੰਨਦੇ ਸਨ, ਪਹਿਲੇ ਉਹਦੇ ਤੋਂ ਔਖੇ ਸਨ ਕਿ ਭਉ ਭਗਤੀ ਬੜੀ ਕਰਦਾ ਹੈ, ਇਹਨਾਂ ਦੇ ਕੀਤੇ ਹੋਏ ਬਚਨ ਸੱਚੇ ਹੋ ਜਾਂਦੇ ਨੇ। ਲੋਕ ਬੜੇ ਸ਼ਰਧਾ ਰੱਖਦੇ ਨੇ, ਦੂਰੋਂ ਦੂਰੋਂ ਲੋਕ ਸਿੱਖਿਆ ਲੈਣ ਆਉਂਦੇ ਨੇ, ਸ਼ਰਧਾ ਭਾਵਨਾ ਨਾਲ ਆਉਂਦੇ ਨੇ। ਆਪਣੇ ਆਪ ਨੂੰ ਉੱਚੀ ਕੁਲਾਂ ਦੇ ਅਭਿਮਾਨੀ ਲੋਕ ਪਹਿਲਾਂ ਹੀ ਈਰਖਾ ਰੱਖਦੇ ਸਨ। ਇਕੱਠੇ ਹੋ ਕੇ ਆ ਗਏ, ਭਗਤ ਕਬੀਰ ਜੀ ਨੂੰ ਕਹਿਣ ਲੱਗੇ ਕਿ ਤੁਸੀਂ ਇਹ ਚੰਗਾ ਨਹੀਂ ਕੀਤਾ, ਤੁਸੀਂ ਆਪਣੇ ਘਰ ਵਿੱਚ ਚੋਰ ਨੂੰ ਰੱਖਿਆ, ਤੁਸੀਂ ਆਪਣੀ ਪੱਤ ਕਵਾ ਲਈ ਹੈ, ਬੜੇ ਲਾਂਭੇ ਦਿੱਤੇ। ਪਥਾਨਕਾ ਹੈ ਭਾਈ ਇਹ। ਸੋ ਉਹਦੇ ਪ੍ਰਥਾਏ ਭਗਤ ਕਬੀਰ ਜੀ ਨੇ ਸ਼ਬਦ ਉਚਾਰਿਆ। ਕਹਿੰਦੇ ਆਓ ਤੁਹਾਨੂੰ ਦੱਸੀਏ ਅਸਲ ਵਿੱਚ ਕੀ ਹੈ ਭਾਈ, ਐਵੇਂ ਵੱਡੀ ਜਾਤ ਦਾ ਅਭਿਮਾਨ ਕਰਕੇ, ਅਭਿਮਾਨੀ ਬਣ ਕੇ ਨਾ ਤੁਰੇ ਫਿਰੀਏ। ਕਹਿੰਦੇ ਆਓ ਦੱਸੀਏ ਤੁਹਾਨੂੰ ਅਸਲ ਵਿੱਚ ਹੈ ਕੀ। ਤੇ ਫਰਮਾਉਂਦੇ ਹਨ, ਆਪ ਕਿਰਪਾ ਕਰਦੇ ਹਨ। ਜਬ ਹਮ ਏਕੋ ਏਕ ਕਰ ਜਾਣਿਆ। ਕਹਿੰਦੇ ਜਿੰਨੇ ਤੁਸੀਂ ਪੰਡਤ ਛਤਰੀ ਇਕੱਠੇ ਹੋ ਕੇ ਆਏ ਹੋ ਨਾ, ਮੈਨੂੰ ਇੱਕ ਗੱਲ ਦੱਸੋ, ਜਦੋਂ ਅਸੀਂ ਚੋਰ ਵਿੱਚ ਵੀ ਉਸ ਪਰਮਾਤਮਾ ਨੂੰ ਦੇਖਿਆ ਹੈ ਕਿ ਇਹ ਪਰਮਾਤਮਾ ਇਸ ਚੋਰ ਵਿੱਚ ਵੀ ਵਸਦਾ ਹੈ, ਤੇ ਉਹਨੇ ਚੋਰੀ ਕਰਨ ਦਾ, ਨਾ ਕਰਨ ਦਾ ਅਹਿਦ ਲੈ ਲਿਆ, ਪਰਨ ਲੈ ਲਿਆ, ਤੇ ਫਿਰ ਮੇਰਾ ਧਰਮ ਬਣਦਾ ਸੀ ਕਿ ਮੈਂ ਉਹਨੂੰ ਵੀ ਬਚਾਉਂਦਾ। ਤੇ ਜਦੋਂ ਅਸੀਂ ਸਰਵ ਵਿਆਪਕ ਉਸ ਪਰਮਾਤਮਾ ਨੂੰ ਪਛਾਣ ਲਿਆ, ਸਮਝ ਲਿਆ ਕਿ ਜਰਰੇ ਜਰਰੇ ਵਿੱਚ ਵਸਣ ਵਾਲਾ ਇਹਦੇ ਵਿੱਚ ਵੀ ਵਸਦਾ ਹੈ, ਤੇ ਇਹਦਾ ਵੀ ਭਲਾ ਹੋਣਾ ਚਾਹੀਦਾ ਹੈ। ਫਿਰ ਕਹਿੰਦੇ ਭਾਈ ਅਸੀਂ ਜਦੋਂ ਆਪਣੇ ਆਪ ਨੂੰ ਇਸ ਗੱਲ ਦੇ ਵਿੱਚ ਢਾਲ ਲਿਆ ਹੈ
ਕਿ ਅਸੀਂ ਸਾਰਿਆਂ ਦੇ ਵਿੱਚ, ਵੱਡੇ ਛੋਟੇ ਦੇ ਵਿੱਚ, ਗਰੀਬ ਅਮੀਰ ਦੇ ਵਿੱਚ, ਊਚ ਨੀਚ ਦੇ ਵਿੱਚ ਉਸ ਪ੍ਰਮਾਤਮਾ ਨੂੰ ਸਮਝਣਾ ਕੀਤਾ ਹੈ। ਤਬ ਲੋਗ ਹੈ ਕਾਹੇ ਦੁਖ ਮਾਨਿਆ। ਫਿਰ ਦੱਸੋ ਭਾਈ, ਤੁਹਾਨੂੰ ਇਸ ਗੱਲ ਦੀ ਕੀ ਤਕਲੀਫ ਹੈ? ਤੁਹਾਨੂੰ ਇਸ ਕਿਸ ਗੱਲ ਦਾ ਦੁੱਖ ਹੈ? ਜੇ ਅਸੀਂ ਸਮਝ ਲਿਆ, ਤੁਸੀਂ ਤਾਂ ਮੇਰੇ ਵਿੱਚ ਹੀ ਸਮਝਦੇ ਆ ਨਾ, ਮੈਨੂੰ ਹੀ ਸ਼ੂਦਰ ਸਮਝਦੇ ਆ, ਤੇ ਮੈਂ ਸਮਝਦਾ ਵੀ ਉਹ ਸ਼ੂਦਰਾਂ ਵਿੱਚ ਵੀ ਹੈ। ਤੁਹਾਨੂੰ ਇਸ ਗੱਲ ਦੀ ਵੀ ਤਕਲੀਫ ਹੈ। ਇਸ ਕਰਕੇ ਜੇ ਅਸੀਂ ਸ਼ੂਦਰ ਹੁੰਦਿਆਂ ਹੋਇਆਂ ਪਰਮਾਤਮਾ ਦੀ ਪ੍ਰਾਪਤੀ ਵਾਲੇ ਰਾਹ ਤੇ ਤੁਰੇ ਹੋਏ ਆ, ਤੇ ਉਸ ਅਕਾਲ ਪੁਰਖ ਦੀ ਰਹਿਮਤ ਹੋਈ ਹੈ, ਤੇ ਜੇ ਅਸੀਂ ਅੱਗੇ ਕਿਸੇ ਦੇ ਉੱਪਰ ਪਰਉਪਕਾਰ ਕਰ ਸਕਦੇ ਆ, ਤੇ ਤੁਹਾਨੂੰ ਇਸ ਗੱਲ ਦਾ ਵੀ ਦੁੱਖ ਹੈ। ਕਹਿੰਦੇ ਦੱਸੋ ਭਾਈ, ਤੁਸੀਂ ਕਿਸ ਗੱਲ ਦਾ ਕਿਉਂ ਦੁੱਖ ਮੰਨਦੇ ਹੋ? ਜੇ ਅਸੀਂ ਸਾਰੇ ਜੀਵਾਂ ਦੇ ਵਿੱਚ ਉਸ ਪਰਮਾਤਮਾ ਨੂੰ ਇੱਕੋ ਜਿਹਾ ਕਰਕੇ ਸਮਝ ਲਿਆ ਹੈ, ਤੇ ਤੁਹਾਨੂੰ ਕਿਸ ਗੱਲ ਦੀ ਤਕਲੀਫ ਹੈ? ਹਮ ਅਪਤ ਹੈ ਆਪਣੀ ਪਤ ਖੋਈ। ਤੇ ਫਿਰ ਵੀ ਬੁਰਾ ਭਲਾ ਬੋਲੇ। ਕਹਿੰਦੇ ਕਬੀਰ ਜੀ, ਤੁਹਾਨੂੰ ਆਪਣੀ ਪਤ ਦੀ ਇੱਜ਼ਤ ਦੀ ਜ਼ਰੂਰਤ ਨਹੀਂ ਲੱਗਦੀ, ਤੁਸੀਂ ਆਪਣੀ ਇੱਜ਼ਤ ਖਰਾਬ ਕਰ ਲਓਗੇ। ਹਾਂ, ਕਹਿੰਦੇ ਭਾਈ, ਅਸੀਂ ਤਾਂ ਪਹਿਲਾਂ ਹੀ ਜਿਹੜੇ ਮਾਣ ਅਪਮਾਨ ਵਾਲੀ ਗੱਲ ਸੀ ਨਾ, ਉਹ ਤਾਂ ਪਹਿਲਾਂ ਹੀ ਗਵਾ ਲਈ ਕਿ ਸਾਡੀ ਤੇ ਇੱਜ਼ਤ ਹੈ ਹੀ ਕੋਈ ਨਹੀਂ। ਅਸੀਂ ਤਾਂ ਨੀਚਾਂ ਤੋਂ ਵੀ ਨੀਚ ਹਾਂ। ਮੈਂ ਤਾਂ ਪਹਿਲਾਂ ਹੀ ਮਨ ਵਿੱਚ ਸਮਝੀ ਬੈਠਾ। ਕਹਿੰਦੇ ਹਾਂ, ਕਹਿੰਦੇ ਤੁਹਾਨੂੰ ਇਹਦੇ ਨਾਲ ਕੀ ਲੱਗੇ ਭਾਈ? ਹਮ ਅਪਤੇ ਆਪਣੀ ਪਤ ਖੋਈ। ਕਹਿੰਦੇ ਮੈਂ ਜੇ ਬੇਪਤਾ ਹਾਂ, ਤੁਹਾਨੂੰ ਤਾਂ ਕੁਛ ਨਹੀਂ ਕਿਹਾ, ਤੁਹਾਨੂੰ ਮੈਂ ਕੋਈ ਬੁਰਾ ਲਫ਼ਜ਼ ਨਹੀਂ ਕਿਹਾ, ਤੁਹਾਡੀ ਇੱਜ਼ਤ ਦੇ ਖਿਲਾਫ ਮੈਂ ਇੱਕ ਲਫ਼ਜ਼ ਬੋਲਿਆ ਨਹੀਂ। ਤੇ ਫਿਰ ਕਹਿੰਦੇ ਜੇ ਮੈਂ ਆਪਣੇ ਅਪੱਤੇ ਨੇ, ਬੇਪੱਤੇ ਨੇ ਆਪਣੀ ਪਾਤੀ ਖਰਾਬ ਕੀਤੀ ਹੈ ਨਾ, ਜੇ ਇਹਨੂੰ ਮੈਂ ਬਚਾਇਆ ਹੈ, ਜੇ ਪਰਮਾਤਮਾ ਨੂੰ ਸਰਵ ਵਿਆਪਕ ਸਮਝ ਲਿਆ, ਤੇ ਇਹਦੇ ਵਿੱਚ ਤੁਹਾਨੂੰ ਜਿਹੜੀ ਤਕਲੀਫ ਹੋਈ ਹੈ ਇਹ ਮੇਰੀ ਸਮਝ ਤੋਂ ਬਾਹਰ ਹੈ। ਤੇ ਜੇ ਇਹਦੇ ਵਿੱਚ ਕੋਈ ਨੁਕਸਾਨ ਹੋਵੇਗਾ, ਇੱਜ਼ਤ ਖਰਾਬ ਹੋਵੇਗੀ, ਤਾਂ ਮੇਰੀ ਹੋਵੇਗੀ, ਤੁਹਾਡਾ ਤਾਂ ਕੋਈ ਨੁਕਸਾਨ ਨਹੀਂ ਹੋਣ ਲੱਗਾ। ਇਸ ਕਰਕੇ ਤੁਸੀਂ ਕਿਸ ਗੱਲ ਦਾ ਫਿਕਰ ਕਰਦੇ ਹੋ? ਹਮਰੇ ਖੋਜ ਪਰਹੁ ਮਤ ਕੋਈ। ਕਹਿੰਦੇ ਭਾਈ, ਇੱਕ ਗੱਲ ਦਾ ਖਿਆਲ ਰੱਖਿਓ ਕਿ ਤੁਸੀਂ ਸਾਡੀ ਇਸ ਗੱਲ ਦੀ ਖੋਜ ਕਰਨ ਦੇ ਪਿੱਛੇ ਨਾ ਪਵੋ ਕਿ ਅਸੀਂ ਇਹਨੂੰ ਬਚਾਇਆ ਹੈ। ਕਹਿੰਦੇ ਆਪਣੀ ਮਤ ਰੱਖੋ ਆਪਣੇ ਪਾਸ। ਹਮਰੇ ਖੋਜ ਪਰਹੁ ਮਤ ਕੋਈ। ਕਹਿੰਦੇ ਭਾਈ, ਜਿਹੜੀ ਹਮਾਰੀ ਮਤ ਹੈ, ਮੇਰੀ ਮਤ ਹੈ ਨਾ, ਉਹ ਤਾਂ ਕਹਿੰਦੇ ਪਰਮਾਤਮਾ ਨੂੰ ਸਰਵਵਿਆਪੀ ਸਮਝਦੀ ਹੈ। ਜਿੱਦਾਂ ਤੁਸੀਂ ਇਸ ਮਤ ਦੇ ਧਾਰਨੀ ਬਣਨਾ ਹੈ, ਫਿਰ ਤੇ ਗੱਲ ਵੱਖਰੀ ਹੈ। ਤੇ ਜੇ ਈਰਖਾ ਦੇ ਵਿੱਚ ਹੀ ਛੜੇ ਰਹਿਣਾ ਹੈ, ਫਿਰ ਕਹਿੰਦੇ ਭਾਈ ਤੁਸੀਂ ਮੇਰੀ ਮਤ ਨੂੰ ਸਮਝ ਨਹੀਂ ਸਕਦੇ, ਤੁਸੀਂ ਇਹ ਸਰਵਵਿਆਪ ਅਕਾਲ ਪੁਰਖ ਨੂੰ ਵੀ ਨਹੀਂ ਸਮਝ ਸਕਦੇ। ਇਸ ਕਰਕੇ ਤੁਸੀਂ ਇਸ ਦੀ ਖੋਜ ਵਿੱਚ ਮਤ ਪਵੋ ਕਿ ਅਸੀਂ ਖੋਜ ਕਰਕੇ ਕਬੀਰ ਨੂੰ ਸਮਝਾ ਦਿਆਂਗੇ, ਅਸੀਂ ਉਪਦੇਸ਼ ਦੇ ਕੇ ਕਬੀਰ ਦੀ ਇੱਜ਼ਤ ਬਤਾ ਦਿਆਂਗੇ। ਕਹਿੰਦੇ ਮੇਰੀ ਇੱਜ਼ਤ ਬਚਾਉਣ ਵਾਸਤੇ ਤੁਸੀਂ ਇਸ ਖੋਜ ਮਾਰਗ ਵਿੱਚ ਨਾ ਪਵੋ, ਤੁਸੀਂ ਆਪਣਾ ਖਿਆਲ ਰੱਖੋ। ਜਿਹੜੀ ਮੇਰੀ ਮਤ ਹੈ ਉਹ ਤਾਂ ਪਰਮਾਤਮਾ ਦੀ ਉਸ ਸਰਵਵਿਆਪੀ ਮਤ ਤੋਂ ਮਤ ਲੈ ਕੇ ਉਹਦੀ ਖੋਜ ਵਿੱਚ ਲੱਗੀ ਹੋਈ ਹੈ। ਮੈਂ ਤਾਂ ਉਹਦਾ ਮਾਰਗ ਖੋਜ ਰਿਹਾ, ਮੈਂ ਤਾਂ ਉਹਦੇ ਉਪਦੇਸ਼ ਨੂੰ ਖੋਜ ਰਿਹਾ, ਤੇ ਤੁਸੀਂ ਮੇਰੇ ਗੁਣਾਂ ਤੇ ਔਗਣਾਂ ਦੀ ਖੋਜ ਵਿੱਚ ਹੀ ਲੱਗੇ ਹੋਏ ਹੋ। ਰਹਾਉ ਵਿਸਰਾਮ ਦੇ ਕੇ ਕਿਰਪਾ ਕਰਦੇ ਹਨ। ਹਮ ਮੰਦੇ ਮੰਦੇ ਮਨ ਮਾਹੀ। ਇਹਦੇ ਭਾਈ, ਜੇ ਮੇਰੇ ਵੱਲ ਵੇਖੋਗੇ ਤਾਂ ਸਾਡੇ ਤਾਂ ਤਮਾਮ ਔਗਣ ਨੇ। ਕਹਿੰਦੇ ਹਮ ਮੰਦੇ, ਮੈਨੂੰ ਸਮਝਾਉਣ ਆਏ ਹੋ। ਕਹਿੰਦੇ ਅਸੀਂ ਤਾਂ ਪਹਿਲਾਂ ਹੀ ਭਾਈ ਮੰਦ ਕਰਮੀ ਹਾਂ, ਮੈਨੂੰ ਕੀ ਸਮਝਾਓਗੇ ਤੁਸੀਂ? ਤੇ ਸਾਨੂੰ ਸਾਡੇ ਕੰਮ ਨੂੰ ਤੁਸੀਂ ਪਹਿਲਾਂ ਹੀ ਮੰਦਾ ਸਮਝਿਆ ਹੋਇਆ ਹੈ, ਸਾਨੂੰ ਸ਼ੂਦਰ ਸਮਝ ਕੇ ਤੁਸੀਂ ਸਾਡੇ ਤੋਂ ਨਫ਼ਰਤ ਕਰਦੇ ਹੋ। ਇਸ ਕਰਕੇ ਕਹਿੰਦੇ ਹਾਂ ਮੰਦੇ। ਕਹਿੰਦੇ ਕਿਉਂ ਭਾਈ? ਜਦੋਂ ਤੁਸੀਂ ਸਿਮਰਨ ਕਰਦੇ ਹੋ, ਨਾਮ ਜਪਦੇ ਹੋ, ਅਸਲ ਵਿੱਚ ਭਗਤ ਕਬੀਰ ਜੀ ਸਾਨੂੰ ਤਮਾਮ ਜੀਵਾਂ ਨੂੰ ਸਿੱਖਿਆ ਦੇ ਰਹੇ ਨੇ। ਇਹ ਗੁਰਬਾਣੀ ਸਰਵ ਵਿਆਪਕ ਹੈ ਭਾਈ। ਕਹਿੰਦੇ ਹਾਂ ਮੰਦੇ ਮੰਦੇ ਮਨ ਮਾਹੀ। ਕੰਮ ਤਾਂ ਹੀ ਚੰਗੇ ਕਰਦੇ ਸੀ, ਕਹਿੰਦੇ ਆ ਨਾ ਵੀ ਅਸੀਂ ਤਾਂ ਸੱਚ ਬੋਲਦੇ ਹਾਂ, ਚੰਗਾ ਕੰਮ ਕਰਦੇ ਹਾਂ, ਅੰਮ੍ਰਿਤ ਵੇਲੇ ਉੱਠਦੇ ਹਾਂ, ਕਿਸੇ ਦਾ ਬੁਰਾ ਨਹੀਂ ਕਰਦੇ, ਤੇ ਫਿਰ ਸਾਨੂੰ ਅੰਮ੍ਰਿਤ ਛਕਣ ਦੀ ਲੋੜ ਕੀ ਹੈ? ਫਿਰ ਅੰਮ੍ਰਿਤ ਵੇਲੇ ਉੱਠਣ ਦੀ ਲੋੜ ਕੀ ਆ? ਫਿਰ ਅਸੀਂ ਹੋਰ ਧਰਮੀ ਕੀ ਹੁੰਦਾ ਹੈ? ਭਗਤ ਕਬੀਰ ਜੀ ਕੀ ਕਹਿੰਦੇ ਨੇ? ਕਹਿੰਦੇ ਹਮ ਮੰਦੇ। ਅਸਲ ਵਿੱਚ
ਕੋਈ ਮੰਦਾ ਕੰਮ ਨਹੀਂ ਸੀ ਕਰਦੇ ਭਗਤ ਕਬੀਰ ਜੀ। ਉਹ ਤੇ ਭਾਉ ਭਗਤੀ ਵਿੱਚ ਚੱਠੇ ਪੈਰ ਲੱਗੇ ਹੀ ਰਹਿੰਦੇ ਸਨ। ਪਰ ਕਿਸ ਗੱਲ ਨੂੰ ਕਹਿੰਦੇ ਨੇ? ਮੰਦੇ ਮਨ ਮਾਹੀ। ਕਹਿੰਦੇ ਜਿਹੜੀਆਂ ਮਨ ਦੀਆਂ ਚਿਤਵਨੀਆਂ ਨਾ, ਉੱਪਰੋਂ ਤਾਂ ਬੜੇ ਅਸੀਂ ਸਾਜ ਸਵਾਰ ਕੇ ਬੈਠਦੇ ਹਾਂ, ਤੇ ਪਰ ਮਨ ਦੀਆਂ ਚਿਤਵਣੀਆਂ ਜਿਹੜੀਆਂ ਇਹ ਸਾਨੂੰ ਮੰਦ ਵਾਸ਼ਨਾ ਦੇ ਵਿੱਚ ਹੀ ਘੁਮਾਈ ਫਿਰਦੀਆਂ। ਇਹ ਸਾਨੂੰ ਸਿੱਖਿਆ ਦਿੱਤੀ ਹੈ ਕਿ ਭਾਈ ਅਸੀਂ ਜਾਪ ਕਰਦਿਆਂ ਵੀ, ਸਿਮਰਨ ਕਰਦਿਆਂ ਵੀ, ਗੁਰਦੁਆਰਾ ਸਾਹਿਬ ਬੈਠੇ ਵੀ, ਸੰਗਤ ਵਿੱਚ ਬੈਠੇ ਵੀ, ਅਸੀਂ ਕਥਾ ਕੀਰਤਨ ਸੁਣਦੇ ਹੋਏ ਵੀ ਇਹਦੇ ਤੋਂ ਦੂਰ ਚਲੇ ਜਾਂਦੇ ਆ। ਦੂਰ ਜਾ ਕੇ ਵੀ ਕਹਿੰਦੇ ਮੰਦੇ ਮਨ ਮਾਹੀ। ਇਸ ਮਨ ਦੀ ਮੰਦਤਾਈ ਦੇ ਵਿੱਚ ਇੰਨੇ ਖੁੱਭ ਜਾਂਦੇ ਆ ਕਿ ਕੰਨਾਂ ਵਿੱਚ ਜ਼ਰੂਰ ਸ਼ਬਦ ਪੈ ਰਿਹਾ ਹੈ, ਅਸੀਂ ਸੁਣ ਰਹੇ ਹਾਂ, ਪਰ ਕਹਿੰਦੇ ਮਨ ਮੰਦ ਵਾਸ਼ਨਾ ਦੇ ਵਿੱਚ ਕਿਤੇ ਦਾ ਕਿਤੇ ਗਿਆ ਹੁੰਦਾ ਹੈ। ਭਗਤ ਕਬੀਰ ਜੀ ਕਹਿੰਦੇ ਤੁਸੀਂ ਨਹੀਂ ਸਮਝ ਸਕੋਗੇ ਇਸ ਗੱਲ ਨੂੰ। ਕਹਿੰਦੇ ਭਾਈ ਕਿਹਨੂੰ ਸਮਝਾਓਗੇ? ਤੁਸੀਂ ਮੇਰੇ ਨਾਲ ਲੜਨ ਵਾਸਤੇ ਆਏ ਹੋ, ਝਗੜਾ ਕਰਨ ਵਾਸਤੇ ਆਏ ਹੋ? ਕਹਿੰਦੇ ਨਹੀਂ, ਹਮ ਮੰਦੇ ਮਨ ਮਾਹੀ। ਕਹਿੰਦੇ ਮਨ ਕਰਕੇ ਅਸੀਂ ਮੰਦੇ ਹਾਂ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਸਾਨੂੰ ਸ਼ਬਦ ਕਹੇ ਨਾ, ਉਪਦੇਸ਼ ਦਿੱਤਾ ਹੈ ਕਿ ਬੇਅੰਤੀ ਔਗਣ ਹੈ ਸਾਡੇ ਵਿੱਚ, ਅਸੀਂ ਔਗਣਾਂ ਦੇ ਭਰੇ ਹੋਏ ਹਾਂ। ਜੇ ਤਾਂ ਸਮੁੰਦ ਸਾਗਰ ਨੀਰ ਭਰਿਆ ਤੇ ਔਗਣ ਹਮਾਰੇ, ਦਇਆ ਕਰੋ ਕਿਛ ਮਿਹਰ ਪਾਵੋ ਡੁੱਬਦੇ ਪੱਥਰ ਤਾਰੇ। ਬੇਅੰਤੀ ਸਾਡੇ ਚ ਔਗਣ ਨੇ। ਉਹ ਔਗਣ ਕੇਵਲ ਸਰੀਰ ਕਰਕੇ ਨਹੀਂ, ਸਰੀਰ ਕਰਕੇ ਵੀ ਬੇਅੰਤ ਔਗਣ ਨੇ, ਪਰ ਬਹੁਤੇ ਔਗਣ ਕਹਿੰਦੇ ਮਨ ਕਰਕੇ ਨੇ। ਜਿਹੜੇ ਮਨ ਦੀ ਵਾਸ਼ਨਾ ਤਾਂ ਹੀ ਇਹ ਸੰਤੋਖ ਦੇ ਵਿੱਚ ਆ ਸਕਦੀ ਹੈ ਜੇ ਉਸ ਸੰਤੋਖੀ ਪਰਮਾਤਮਾ ਨੂੰ ਅਰਾਧਾਂਗੇ, ਉਹਦਾ ਸਿਮਰਨ, ਉਹਦੀ ਭਾਵ ਭਗਤੀ ਤੇ ਉਹਦੀ ਸਿੱਖਿਆ ਨੂੰ ਪ੍ਰਾਪਤ ਕਰਾਂਗੇ, ਇਹ ਤਾਂ ਹੀ ਕਿਤੇ ਠਹਿਰੇਗਾ ਨਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਾਣੀ ਵਿੱਚ ਸਾਨੂੰ ਫਰਮਾਇਆ ਹੈ ਕਿ ਇਹ ਜਿਹੜਾ ਮਨ ਹੈ ਇਹ ਜਿੱਥੇ ਜਿੱਥੇ ਭੌਂਦਾ ਫਿਰਦਾ ਹੈ, ਇਹਨੂੰ ਰੋਕਣ ਵਾਸਤੇ ਕੇਵਲ ਪਰਮਾਤਮਾ ਦਾ ਨਾਮ ਹੈ, ਸਿਮਰਨ ਹੈ, ਜਿਹਦੇ ਕਰਕੇ ਇਹ ਮਨ ਦੀ ਅਸੀਂ ਇਸ ਦੌੜ ਨੂੰ, ਇਸ ਦੀ ਮੰਦ ਭਾਵਨਾ ਨੂੰ ਅਸੀਂ ਰੋਕ ਕੇ ਗੁਰੂ ਕੇ ਸ਼ਬਦ ਵਿੱਚ ਜੋੜ ਸਕਦੇ ਹਾਂ। ਤਾਂ ਕੇਵਲ ਸ਼ਬਦ ਹੈ ਪਰਮਾਤਮਾ ਦਾ। ਇਸ ਕਰਕੇ ਇਹਦੀ ਦੌੜ ਭੱਜ ਨੂੰ ਰੋਕਣ ਵਾਸਤੇ ਜ਼ਰੂਰੀ ਹੈ ਕਿ ਨਿਤਾ ਪ੍ਰਤੀ ਪਰਮਾਤਮਾ ਦਾ ਸਿਮਰਨ, ਉਹਦੇ ਅੱਗੇ ਅਰਦਾਸ, ਜੋਦੜੀ, ਬੇਨਤੀ, ਅਰਦਾਸ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਔਗਣ ਸਾਡੇ ਵਿੱਚੋਂ ਆਪ ਹੀ ਕੱਢ ਦੇਵੋ। ਬੇਅੰਤ ਔਗਣਾਂ ਦੇ ਭਰੇ ਹੋਏ ਹਾਂ ਅਸੀਂ, ਤੇ ਆਪ ਇਹਨਾਂ ਔਗਣਾਂ ਤੋਂ ਸਾਨੂੰ ਬਚਾ ਸਕਦੇ ਹੋ। ਆਪ ਦੇ ਵਿੱਚ ਵੱਡੀ ਸ਼ਕਤੀ ਹੈ। ਆਪ ਦੀ ਸ਼ਕਤੀ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਅਸੀਂ ਆਪ ਜੀ ਦੀ ਭਾਵ ਭਗਤੀ ਨਾਲ ਜੁੜ ਸਕਦੇ ਨਹੀਂ, ਸਾਡੀ ਕੋਈ ਸਮਰੱਥਾ ਹੀ ਨਹੀਂ ਹੈ। ਹਾਂ ਮੰਦੇ ਮਨ ਮਾਹੀ, ਕਹਿੰਦੇ ਅਸੀਂ ਤੇ ਮਨ ਕਰਕੇ ਮੰਦੇ ਹਾਂ। ਇਸ ਕਰਕੇ ਭਾਈ ਤੁਸੀਂ ਸਾਡੀ ਖੋਜ ਵਿੱਚ ਨਾ ਪਵੋ। ਅਸੀਂ ਕੇਵਲ ਸਰੀਰ ਕਰਕੇ, ਅਸੀਂ ਕਰਮਾਂ ਕਰਕੇ, ਜਾਤ ਕਰਕੇ, ਅਸੀਂ ਸ਼ੂਦਰ ਕਰਕੇ ਹੀ ਮੰਦੇ ਨਹੀਂ। ਮੰਦੇ ਮਨ ਮਾਹੀ ਜਦੋਂ ਇਹ ਸ਼ਬਦ ਕਹੇ ਸ਼ਰਮਿੰਦੇ ਤਾਂ ਜ਼ਰੂਰ ਹੋਏ ਹੋਣਗੇ ਵੀ ਇਹ ਸਾਨੂੰ ਵੀ ਕਹਿ ਰਹੇ ਆ ਤੇ ਆਮ ਜੀਵ ਨੂੰ ਕਹਿ ਰਹੇ ਨੇ ਕਿ ਜਿਹੜੀ ਮਨ ਦੀ ਮੰਦ ਵਾਸ਼ਨਾ ਹੈ ਉਹ ਕੇਵਲ ਕਿਸੇ ਜਾਤ ਨਾਲ ਸੰਬੰਧਿਤ ਹੈ। ਨਹੀਂ ਭਾਈ, ਉਹ ਤਾਂ ਮਨੁੱਖ ਦੇ ਮਨ ਨਾਲ ਹੀ ਸੰਬੰਧਿਤ ਹੈ। ਤੇ ਮਨ ਜਿਹੜਾ ਉਹ ਪਰਮਾਤਮਾ ਦੀ ਅੰਸ਼ ਹੈ, ਤੇ ਪਰਮਾਤਮਾ ਦੀ ਅੰਸ਼ ਹੋਣ ਕਰਕੇ ਜੇ ਇਹਦੇ ਵਿੱਚ ਹੀ ਨੁਕਸ ਪਿਆ ਹੋਇਆ ਹੈ, ਮਨ ਦੇ ਵਿੱਚ ਹੀ, ਤੇ ਮਨ ਨੂੰ ਤੇ ਸਮਝਾਇਆ ਮਨ ਤੂੰ ਜੋਤ ਸਰੂਪ ਹੈ। ਮਨ ਨੂੰ ਹੀ ਕਿਹਾ ਨਾ, ਸਰੀਰ ਨੂੰ ਨਹੀਂ ਕਿਹਾ। ਕਹਿੰਦੇ ਆਪਣਾ ਮੂਲ ਪਛਾਣ, ਕਹਿੰਦੇ ਉਸ ਮੂਲ ਨੂੰ ਪਛਾਨਣਾ ਕਰ ਜਿੱਥੋਂ ਤੂੰ ਵਿਛੜਿਆ ਹੋਇਆ। ਤੇਰੀ ਆਤਮਾ ਪਰਮਾਤਮਾ ਨਾਲੋਂ ਵਿਛੜ ਚੁੱਕੀ ਹੈ, ਇਸ ਕਰਕੇ ਤੂੰ ਉਸ ਮੂਲ ਨੂੰ ਪਛਾਨਣਾ ਕਰ। ਹਮ ਮੰਦੇ ਮਨ ਮਾਹੀ, ਕਹਿੰਦੇ ਅਸੀਂ ਇੰਨੇ ਮਨ ਦੇ ਵਿੱਚ ਮੰਦੇ ਆ ਕਿ ਅਸੀਂ ਉਸ ਗੱਲ ਨੂੰ ਭੁੱਲ ਬੈਠੇ ਆ। ਜਿਸ ਕਰਕੇ ਸਤਿਗੁਰੂ ਨੇ ਬਾਣੀ ਵਿੱਚ ਫਰਮਾਇਆ, ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਹਿਤਕ ਪਕੜੇ ਸਭ ਮੁਕਦੀ ਚੱਲੀ ਰਹਿਣ। ਤੇਰੀ ਰਹਿਣ ਮੁਕਦੀ ਜਾ ਰਹੀ, ਤੂੰ ਇੱਕ ਲਾਭ ਲੈਣ ਵਾਸਤੇ ਆਇਆ ਸੀ। ਉਹ ਲਾਭ ਕੀ ਸੀ ਕਿ ਇਸ ਜੋਤ ਨੂੰ ਤੂੰ ਪਛਾਣ ਲੈ। ਤੇਰੇ ਅੰਦਰ ਇੱਕ ਜੋਤ ਹੈ, ਉਹ ਜੋਤ ਨੂੰ ਜੇ ਤੂੰ ਸਮਝ ਲਵੇਂ, ਪਛਾਣ ਲਵੇਂ, ਤੇ ਉਹ ਜੋਤ ਪਰਮਾਤਮਾ ਦੀ ਹੈ। ਮਨ ਤੂੰ ਜੋਤ ਸਰੂਪ ਹੈ, ਅਸਲ ਵਿੱਚ ਤੂੰ ਜੋਤ ਸਰੂਪ ਸੀ। ਤੇਰੇ ਵਿੱਚ ਅਨੇਕਾਂ ਤਰ੍ਹਾਂ ਦੀ ਅੰਧਤਾਈ ਛਾ ਗਈ, ਹਨੇਰਾ ਛਾ ਗਿਆ,
ਪਾਪਾਂ ਵਿਕਾਰਾਂ ਨੇ ਇਸ ਜੋਤ ਨੂੰ ਢੱਕ ਲਿਆ ਤੇ ਉਹਦੇ ਕਰਕੇ ਤੂੰ ਅੰਧਤਾਈ ਦੇ ਵਿੱਚ ਫਸ ਗਿਆ ਹੈ। ਤੇ ਇਹਨੂੰ ਸਾਫ਼ ਕਰਨ ਵਾਸਤੇ ਜਿਵੇਂ ਸ਼ੀਸ਼ੇ ਤੇ ਲੱਗੀ ਧੁੰਦ ਨੂੰ ਸਾਫ਼ ਕਰਨ ਵਾਸਤੇ ਕੱਪੜਾ ਫੇਰ ਲਈਦਾ ਨਾ, ਕਹਿੰਦੇ ਇਸੇ ਤਰ੍ਹਾਂ ਆਪਣੇ ਮਨ ਰੂਪ ਸ਼ੀਸ਼ੇ ਦੇ ਉੱਪਰ ਇਹ ਪ੍ਰਮਾਤਮਾ ਦੇ ਨਾਮ ਦਾ ਕੱਪੜਾ ਫੇਰ, ਤਾਂ ਕਿ ਤੈਨੂੰ ਅਸਲ ਜੋਤ ਦੇ ਦਰਸ਼ਨ ਹੋ ਜਾਣ, ਤੈਨੂੰ ਮਿਲ ਜਾਵੇ ਇਹ। ਹਾਂ ਮੰਦੇ ਮਨ ਮਾਹੀ, ਜੇ ਮੰਦ ਵਾਸਨਾ, ਮੰਦ ਭਾਵਨਾ, ਮੰਦ ਕਰਮ ਮਨ ਵਿੱਚੋਂ ਛੱਡ ਦੇਵੇਂ ਤਾਂ ਤੂੰ ਭਾਈ ਸੁੱਧ ਸਰੂਪ ਨੂੰ ਪਛਾਣ ਸਕਦਾ ਹੈ। ਕਬੀਰ ਜੀ ਕਹਿੰਦੇ ਅਸੀਂ ਤਾਂ ਭਾਈ ਮੰਦੇ ਹਾਂ। ਸਾਂਝ ਪਾਤ ਕਾਹੂ ਸਿਓ ਨਾਹੀ। ਕਹਿੰਦੇ ਭਾਈ ਦੱਸੋ ਤੁਹਾਡੇ ਨਾਲ ਸਾਡੀ ਕੀ ਸਾਂਝ ਹੈ? ਪਾਤ ਨਾਮ ਪੰਗਤੀ ਦਾ, ਪੰਗਤ ਤੁਸੀਂ ਬਹਿਣ ਨਹੀਂ ਦਿੰਦੇ। ਸਾਂਝ ਸਾਡੇ ਨਾਲ ਕੋਈ ਰਿਸ਼ਤੇਦਾਰੀ ਨਹੀਂ ਜੋੜਦੇ। ਤੁਹਾਡੇ ਨਾਲ ਸਾਡੀ ਸਾਂਝ ਕੀ ਹੈ? ਤੁਸੀਂ ਆਪਣੇ ਆਪ 'ਚ ਵੱਡੇ ਕਹਾਉਂਦੇ ਹੋ। ਸਾਂਝ ਪਾਤ ਕਾਹੂ ਸਿਓ ਨਾਹੀ। ਕਹਿੰਦੇ ਭਾਈ ਜਿਹੜੇ ਤੁਸੀਂ ਕੰਮ ਕਰਦੇ ਹੋ ਨਾ, ਕਿਸੇ ਨਾਲ ਧੱਕਾ ਕਰਦੇ ਹੋ, ਜ਼ੁਲਮ ਕਰਦੇ ਹੋ, ਉਹਦੇ ਨਾਲ ਸਾਡੀ ਕੋਈ ਸਾਂਝ ਨਹੀਂ। ਤੇ ਜਿਹੜਾ ਤੁਹਾਡਾ ਵੰਡ ਵਿਹਾਰ ਹੈ ਉਹਦੇ ਨਾਲ ਸਾਡੀ ਪਾਤ ਕੋਈ ਨਹੀਂ, ਪੰਗਤੀ ਕੋਈ ਨਹੀਂ। ਤੁਹਾਡੇ ਨਾਲ ਬੈਠ ਕੇ ਅਸੀਂ ਵੰਡ ਵਿਹਾਰ ਕੋਈ ਨਹੀਂ ਕਰਦੇ। ਪਾਪ ਦੀ ਕਮਾਈ ਕਰਦੇ ਨਹੀਂ, ਠੱਗੀ ਕਿਸੇ ਨਾਲ ਮਾਰਦੇ ਨਹੀਂ। ਤੁਹਾਡਾ ਤਾਂ ਦਿਨ ਰਾਤ ਦਾ ਹੀ ਕੰਮ ਇਹ ਹੈ। ਇਸ ਕਰਕੇ ਤੁਹਾਡੇ ਨਾਲ ਸਾਡੀ ਸਾਂਝ ਕੀ ਹੈ? ਕਾਹਦੇ ਲਈ ਮੈਨੂੰ ਉਪਦੇਸ਼ ਦੇਣ ਆਏ ਆ? ਸਾਂਝ ਪਾਤ ਕਾਹੂ ਸਿਓ ਨਾਹੀ। ਕਹਿੰਦੇ ਭਾਈ ਜਿਹੜੇ ਇਹ ਕਰਮ ਕਰਨ ਵਾਲੇ ਲੋਕ ਨੇ, ਆਤਮਾਵਾਂ ਨੇ, ਕਹਿੰਦੇ ਉਹਨਾਂ ਨਾਲ ਸਾਡੀ ਕੋਈ ਸਾਂਝ ਨਹੀਂ। ਸਾਡੀ ਸਾਂਝ ਤਾਂ ਉਹ ਹੈ ਜਿਹੜੇ ਸਮਝ ਲਵੇ ਕਿ ਮਨ ਕਰਕੇ ਮੰਦੇ ਕਰਮ ਨਹੀਂ ਕਰਨੇ, ਉਸ ਪਰਮਾਤਮਾ ਦੀ ਇਬਾਦਤ ਕਰਨੀ ਹੈ। ਸਾਡੀ ਸਾਂਝ ਉਹਦੇ ਨਾਲ ਹੈ। ਜਿਹੜੇ ਭਾਈ ਮੰਦ ਕਰਮੀ ਬਣ ਕੇ ਤੁਰੇ ਫਿਰਦੇ ਨੇ, ਸਾਂਝ ਪਾਤ ਕਾਹੂ ਸਿਓ ਨਾਹੀ, ਕਹਿੰਦੇ ਉਹਨਾਂ ਨਾਲ ਸਾਡੀ ਕੋਈ ਸਾਂਝ ਨਹੀਂ ਹੈ। ਉਹਨਾਂ ਨਾਲ ਕਿਸੇ ਪ੍ਰਕਾਰ ਦੀ ਅਸੀਂ ਪੰਕਤੀ ਸਾਂਝੀ ਨਹੀਂ ਕਰਨੀ। ਪਾਤ ਅਪਾਤ ਤਾਕੀ ਨਹੀਂ ਲਾਜ। ਕਹਿੰਦੇ ਇੱਕ ਗੱਲ ਨੂੰ ਸਮਝ ਕੇ ਰੱਖਿਓ, ਜਿਹੜੀ ਇੱਜ਼ਤ ਹੈ ਨਾ ਪਤ, ਤੇ ਜਿਹੜੀ ਬੇਇੱਜ਼ਤੀ ਹੈ, ਜਿਹੜਾ ਅਪਮਾਨ ਹੈ, ਕਹਿੰਦੇ ਕਿ ਉਹਦੀ ਲਾਜ ਕਿਹਨੂੰ ਹੈ? ਕਹਿੰਦੇ ਜੇ ਕਿਸੇ ਨੂੰ ਹੈ ਤੇ ਇਸ ਗੱਲ ਨੂੰ ਸਮਝ ਨਾ ਕਰੋ। ਤਬ ਜਨ ਹੋਗੇ ਜਬ ਉਗਰੈ ਗੋਪਾਜ। ਕਹਿੰਦੇ ਭਾਈ ਉਦੋਂ ਸਮਝੋਗੇ। ਕਬੀਰ ਜੇਤੇ ਪਾਪ ਕੀ ਰਾਖੇ ਤਲੇ ਦਰਾਏ, ਪ੍ਰਗਟ ਪਏ ਨਿਦਾਨ ਸਭ ਜਾ ਪੁੱਛਿਆ ਧਰਮ ਰਾਏ। ਕਹਿੰਦੇ ਉਦੋਂ ਜਦੋਂ ਪ੍ਰਗਟ ਹੋ ਗਏ ਨਾ, ਉਦੋਂ ਪਤਾ ਲੱਗੂਗਾ। ਤੇ ਮੈਨੂੰ ਸਮਝਾਉਣਾ ਹੈ ਨਾ ਵੀ ਤੁਹਾਡੀ ਪੱਤ ਖਰਾਬ ਹੋ ਜਾਊ, ਤੁਹਾਡੀ ਇੱਜ਼ਤ ਖਰਾਬ ਹੋ ਜਾਊ, ਤੁਸੀਂ ਆਪਦੀ ਇੱਜ਼ਤ ਹੀ ਖਰਾਬ ਕਰ ਲਈ। ਕਹਿੰਦੇ ਭਾਈ ਹੁਣ ਤੁਸੀਂ ਯਾਦ ਰੱਖਿਓ, ਜਦੋਂ ਇਹ ਪਾਜ ਉਗੜੇ ਨਾ ਦਰਗਾਹ 'ਚ ਜਾ ਕੇ, ਉਦੋਂ ਤੁਹਾਨੂੰ ਪਤਾ ਲੱਗਣਾ ਵੀ ਕਿਹਦੀ ਪੱਤ ਹੈ, ਕਿਹਦੀ ਇੱਜ਼ਤ ਹੈ, ਕਿਹਦੀ ਇੱਥੇ ਜੈ ਜੈਕਾਰ ਹੈ ਤੇ ਕਿਹਨੂੰ ਤਰਕਾਰ ਮਿਲਦੀ ਹੈ। ਕਹੋ ਕਬੀਰ ਪਤ ਹਰ ਪਰਵਾਨ। ਕਹਿੰਦੇ ਭਗਤ ਕਬੀਰ ਜੀ ਕਹਿੰਦੇ ਭਾਈ ਪੱਤ ਤੇ ਇੱਜ਼ਤ ਉਹਦੀ ਦੁਨੀਆ ਦੇ ਵਿੱਚ ਵੱਡੀ ਮੰਨੀ ਗਈ ਹੈ ਜਿਹਦੇ ਹਰੀ ਪਰਮਾਤਮਾ ਦੇ ਦੁਆਰੇ ਤੇ ਪ੍ਰਵਾਨ ਹੋ ਜਾਵੇ। ਜਿਹੜੀ ਭਾਈ ਪੱਤ ਉੱਥੇ ਜਾ ਕੇ ਪ੍ਰਵਾਨ ਚੜ ਜਾਵੇ। ਸਰਬ ਤਿਆਗ ਭਜ ਕੇਵਲ ਰਾਮ। ਉਹ ਕਿਵੇਂ ਚੜੇਗੀ? ਕਹਿੰਦੇ ਭਾਈ ਸਾਰੇ ਖਿਆਲ ਛੱਡ ਕੇ, ਸਾਰੇ ਜੋ ਮੰਦ ਕਰਮ ਛੱਡ ਕੇ ਕੇਵਲ ਪਰਮਾਤਮਾ ਦੇ ਨਾਮ ਨੂੰ ਭਜਨਾ ਕਰ, ਤਾਂ ਤੇਰੀ ਇੱਜ਼ਤ ਪੱਤ ਜਿਹੜੀ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਰੱਖ ਲਏਗਾ ਤੇ ਉਹ ਪਰਲੋਕ ਦੇ ਵਿੱਚ ਪ੍ਰਵਾਨ ਹੋ ਜਾਵੇਗੀ। ਸਤਿਗੁਰੂ ਪਾਤਸ਼ਾਹ ਜੀ ਨੇ ਇਹ ਰਹਿਮਤਾਂ ਕੀਤੀਆਂ ਹਨ। ਅਖੀਰ ਵਿੱਚ ਫਿਰ ਦਾਸ ਬੇਨਤੀ ਕਰੇਗਾ ਕਿ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅਵਤਾਰ ਪੁਰਬ ਦੀਆਂ ਜਿੱਥੇ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ। ਉੱਥੇ ਭਾਈ ਕਿਉਂਕਿ ਸਾਡੇ ਪਿੰਡਾਂ 'ਚ, ਘਰਾਂ 'ਚ, ਸ਼ਹਿਰਾਂ 'ਚ, ਗੁਰਦੁਆਰੇ ਸਾਹਿਬਾਨਾਂ 'ਚ ਥਾਂ ਥਾਂ ਤੇ ਸਾਧ ਸੰਗਤ ਜੀ ਗੁਰਪੁਰਬ ਮਨਾਏ ਜਾਣੇ ਆ। ਪਰ ਆਪਾਂ ਕੁਝ ਨਾ ਕੁਝ ਪ੍ਰਾਪਤੀ ਜ਼ਰੂਰ ਕਰਨੀ। ਕੋਈ ਚੁਣਵੇਂ ਸ਼ਬਦ ਲੈ ਲਓ ਕਿ ਆਹ ਸ਼ਬਦ ਅਸੀਂ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਯਾਦ ਕਰਨੇ ਆ। ਸੋ ਮਹਾਰਾਜ ਸੱਚੇ ਪਾਤਸ਼ਾਹ ਦੀ ਫਿਰ ਸਾਡੇ ਤੇ ਬਹੁਤ ਹੀ ਕਿਰਪਾ ਹੋਵੇਗੀ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ, ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਸਤਿਗੁਰੂ ਪਾਤਸ਼ਾਹ ਦੀ ਸਿੱਖਿਆ ਨੂੰ ਗ੍ਰਹਿਣ ਕਰੀਏ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰੋ ਜੀ। ਕਹੋ ਕਬੀਰ ਪਤ ਹਰ ਪਰਵਾਨ। ਸਰਬ ਤਿਆਗ ਭਜ ਕੇਵਲ ਰਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।